ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨੇ ਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕਾ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕਾ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਰਾ ਪਰ ਪੁਨ ਪੁਨ ਸੀਸਾ ਪਨ ਪਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਲੋਹਰਾ ਕੋ ਸੰਗ ਚੋਰ ਜਾਰ ਬਟਪਾਰ ਜੁਆਰੀ। ਕਿਰਤ ਘਣ ਬੰਚਕ ਛਲੀ ਕੁਚਾਰੀ। ਸੁਪਨੇ ਮਹਿ ਪੀ ਇਨਕੀ ਸੰਗਤਾ। ਕਰੇ ਨ ਕਬਹੂ ਥਿਰ ਨਾ ਪੰਗਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਔਰ ਜੋ ਖਾਸ ਪੁਆਇੰਟ ਹਰ ਮਨੁੱਖ ਦੇ ਲਈ ਲਗਭਗ ਚੰਗੇ ਹਨ। ਸਿੱਖਾਂ ਦੇ ਵਾਸਤੇ ਸਿੰਘਾਂ ਦੇ ਵਾਸਤੇ ਤਾਂ ਗੁਰੂ ਕੇ ਹੁਕਮ ਹੈ। ਇੱਕ ਹੁੰਦਾ ਸਵੈ ਕੇ ਗੱਲ ਕਰਨੀ, ਇੱਕ ਹੁਕਮ ਦੇਣਾ। ਜਿਵੇਂ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸੇ ਤਰ੍ਹਾਂ ਹੀ ਰਹਿਤਾਂ ਤੇ ਕੁਰਹਿਤਾਂ ਵੀ ਗੁਰੂ ਸਾਹਿਬ ਨੇ ਸਾਨੂੰ ਦੱਸੀਆਂ। ਉਹਨਾਂ 'ਤੇ ਬੜੇ ਜ਼ੋਰ ਨਾਲ ਕਿਹਾ ਕਿ ਜਿਹੜਾ ਸਿੱਖ ਮੇਰਾ ਇਹ ਕੰਮ ਕਰੂਗਾ ਉਹ ਮੇਰਾ ਸਿੱਖ ਨਹੀਂ। ਬਜਰ ਕੁਰਹਿਤਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਇਸੇ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਪਹਿਲਾਂ ਭਗਤਾਂ ਨੇ ਵੀ ਬਚਾਇਆ। ਕਬੀਰ ਸਾਕਟ ਸੰਗ ਨ ਕੀਜੀਐ, ਦੂਰੈ ਜਾਈਐ ਭਾਗ। ਜਿਵੇਂ ਬਾਸਨ ਕਾਰੋ ਪਰਸੀਐ, ਤੋ ਪਛ ਲਾਗੈ ਦਾਗ। ਤਾਂ ਇਸ ਦੇ ਨੇੜੇ ਵੀ ਨਹੀਂ ਖੜਨਾ ਚਾਹੀਦਾ ਕੁਸੰਗੀਆਂ ਦੇ, ਮਾੜੀ ਸੰਗਤ ਦੇ। ਪਿਛਲੇ ਦਿਨੀ ਆਪਾਂ ਇਹ ਦੋਹਰਾ ਸਰਵਣ ਕੀਤਾ ਸੀ। ਕੁਸੰਗਤ ਕੀ ਹੈ? ਚੋਰਾਂ ਦੀ ਸੰਗਤ ਨਹੀਂ ਕਰਨੀ, ਯਾਰਾਂ ਦੀ ਵਿਸ਼ੇਵਕਾਰੀ ਲੋਕਾਂ ਦੀ ਸੰਗਤ ਨਹੀਂ ਕਰਨੀ। ਬੱਟਮਾਰ ਜੋ ਰਾਤੇ ਬਰਾਤੇ ਰਾਤ ਰਾਹੀਂ ਰਸਤੇ ਵਿੱਚ ਖੜ੍ਹ ਕੇ ਲੋਕਾਂ ਨੂੰ ਲੁੱਟਦੇ ਹਨ, ਮਾਰਦੇ ਹਨ। ਜੁਆਰੀ ਜਿਹੜੇ ਜੂਆ ਖੇਡਦੇ ਹਨ, ਤਾਸ਼ ਵਾਲੇ ਫੱਟੇ 'ਤੇ ਬੈਠ ਕੇ ਜਾਂ ਕਿਸੇ ਵੀ ਢੰਗ ਦੇ ਨਾਲ ਜੂਆ ਖੇਡਦੇ ਆ। ਔਰ ਅਕਿਰਤ ਘਣ ਜਿਹੜੇ ਆਪਣੇ ਵੱਡਿਆਂ ਦੀਆਂ ਕੀਤੀਆਂ ਨੂੰ ਭੁੱਲ ਜਾਂਦੇ ਹਨ, ਉਹਨਾਂ ਦੀ ਸੰਗਤ ਵੀ ਮਾੜੀ ਹੈ।
ਇਸੇ ਤਰ੍ਹਾਂ ਹੀ ਵੰਚਕ ਠੱਗ ਮੇਰੇ ਮਿੱਠੀਆਂ ਮਾਰ ਕੇ ਠੱਗਦੇ ਹਨ, ਛਲ ਫਰੇਬ ਕਰਦੇ ਹਨ। ਔਰ ਕੁਚਾਰੀ ਮਾੜੀ ਚਾਲ ਚੱਲਣ ਵਾਲੇ ਜਿਨ੍ਹਾਂ ਦਾ ਜੀਵਨ ਚੰਗਾ ਨਹੀਂ ਹੈ, ਕੁਚਾਲ ਮਾੜੀ ਚਾਲ ਜਿਨ੍ਹਾਂ ਦੇ ਜੀਵਨ ਦੀ ਜਿਉਣ ਦੀ ਜਾਚ ਚੰਗੀ ਨਹੀਂ ਹੈ। ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅਹਿਮਦਾਬਾਦ ਗਏ ਅਤੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਜ਼ਰੂਰ ਛਕਦੇ ਹੈ, 2 ਟਾਈਮ ਛਕਦੇ ਹੈ। ਕਾਫੀ ਲੰਬਾ ਸਮਾਂ ਉਹਨਾਂ ਦੇ ਘਰ ਰੁਕਣਾ ਕੀਤਾ, ਪਰ ਇੱਕ ਦਿਨ ਮਲਕ ਭਾਗੋ ਨੇ ਸੱਦਿਆ ਸੀ, ਉਹਦਾ ਪ੍ਰਸ਼ਾਦਾ ਨਹੀਂ ਛਕਿਆ, ਕਿਉਂਕਿ ਉਹਦਾ ਜੀਵਨ ਚੰਗਾ ਨਹੀਂ ਸੀ। ਮੰਤਰੀ ਸੀ ਮੌਕੇ ਦਾ, ਅਤੇ ਜਿਹੜਾ ਉਸਨੇ ਪੈਸਾ ਇਕੱਠਾ ਕੀਤਾ ਸੀ ਜਨਤਾ ਨੂੰ ਲੁੱਟ ਮਾਰ ਕਰਕੇ ਕੀਤਾ ਸੀ। ਮੰਤਰੀਆਂ ਦੇ ਲੁੱਟਣ ਦੇ ਢੰਗ ਅਲੱਗ ਹੁੰਦੇ ਹੈ, ਟੈਕਸ ਵਧਾ ਦੇਣੇ, ਰੇਟ ਵਧਾ ਦੇਣੇ, ਚੀਜ਼ਾਂ ਮਹਿੰਗੀਆਂ ਕਰ ਦੇਣੀਆਂ, ਇਹ ਸਭ ਹੀ ਲੁੱਟਮਾਰ ਹੀ ਆ, ਜਨਤਾ ਦੀ ਲੁੱਟਮਾਰ ਹੈ ਇਹ। ਇਹਨਾਂ ਚੀਜ਼ਾਂ 'ਤੇ ਰੱਬ ਦੇ ਪਿਆਰੇ ਹੀ ਆਵਾਜ਼ ਉਠਾਉਂਦੇ ਹੈ। ਅਤੇ ਮਲਕ ਭਾਗੋ ਨੇ ਕਿਹੜਾ ਹਲਵਾ ਕੇ ਇਕੱਠੇ ਕੀਤੇ ਜਿਹੜੇ ਉਹ 6 ਮਹੀਨਿਆਂ ਬਾਅਦ ਸਾਲ ਬਾਅਦ ਲੰਗਰ ਲਾਉਂਦਾ ਸੀ ਦੇਸੀ ਘਿਓ ਦਾ, ਬਸ ਜਨਤਾ ਦੇ ਦਿਲ ਵਿੱਚ ਬਣੇ ਰਹਿਣ ਵਾਸਤੇ, ਜਨਤਾ ਦੇ ਮੂੰਹ 'ਚੋਂ ਖਵਾਉਣ ਵਾਸਤੇ, ਫਲਾਨਾ ਮੰਤਰੀ ਬਹੁਤ ਚੰਗਾ ਹੈ, ਫਲਾਨਾ ਮੰਤਰੀ ਬਹੁਤ ਚੰਗਾ ਹੈ। ਸਾਲ ਛਮਾਹੀ ਕੋਈ ਮਾੜੀ ਮੋਟੀ ਗਰਾਂਟ ਦੇ ਦਿੰਦੇ, ਜਿਵੇਂ ਜਵਾਕਾਂ ਨੂੰ ਮੋਬਾਈਲ ਵੰਡ 'ਤੇ ਕਿਸੇ ਨੂੰ ਕੁਛ ਦੇ ਤਾ, ਕਿਸੇ ਨੂੰ ਕੋਈ ਮਾੜਾ ਮੋਟਾ। ਜੇ ਕਰੋੜਾਂ ਰੁਪਈਆ ਖੋਹਿਆ ਜਨਤਾ ਦੇ ਕੋਲੋਂ ਅਤੇ ਲੱਖ 2 ਲੱਖ 10 ਲੱਖ ਲਾ ਕੇ ਵਾਹ ਵਾਹ ਖੱਟਣੀ, ਇਹੀ ਮਲਕ ਭਾਗੋ ਦਾ ਕੰਮ ਸੀਗਾ। ਇਹ ਕੋਈ ਅੱਜ ਦਾ ਨਹੀਂ ਚੱਲਦਾ, ਯੁੱਗਾਂ ਤੋਂ ਜਿਉਂਦੀ ਦੁਨੀਆ ਬਣੀ ਹੈ। ਇਹ ਦੋਨੇ ਪੱਖ ਤੁਰੇ ਆਉਂਦੇ ਆ। ਭਗਤਾਂ ਨੇ ਇਹਨਾਂ ਦਾ ਵਿਰੋਧ ਕੀਤਾ ਹੈ, ਨਾਮ ਜਪਣ ਵਾਲੇ ਸੱਚੇ ਸੁੱਚੇ ਰੱਬ ਦੇ ਪਿਆਰਿਆਂ ਨੇ ਇਹਨਾਂ ਲੋਕਾਂ ਦਾ ਵਿਰੋਧ ਕੀਤਾ ਹੈ, ਔਰ ਇਹਨਾਂ ਨੇ ਲੁੱਟਮਾਰ ਕੀਤੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਮਲਕ ਭਾਗੋ ਦੇ ਪ੍ਰਸ਼ਾਦੇ ਨੂੰ ਜਵਾਬ ਦੇ ਕੇ ਸਾਡੇ ਵਾਸਤੇ ਇੱਕ ਸਾਖੀ ਬਣਾਤੀ, ਬਈ ਜਿਸ ਦੀ ਮਾੜੀ ਕਮਾਈ ਹੈ ਨਾ, ਉਹਦੇ ਘਰ ਦੀ ਰੋਟੀ ਵੀ ਨਾ ਖਾਓ, ਕਹੋ ਸਤਨਾਮ ਸਿੰਘ, ਜਿਹਦੀ ਕਮਾਈ ਚੰਗੀ ਨਹੀਂ ਹੈ। ਇਸ ਕਰਕੇ ਕੁਚਾਲੀ ਭਾਵ ਮਾੜੀ ਚਾਲ ਚੱਲਣ ਵਾਲੇ, ਮਾੜਾ ਜੀਵਨ ਜਿਉਣ ਵਾਲੇ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਪਰਾਇਆ ਹੱਕ ਖਾਣਾ ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਹੈ, ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਅਤੇ ਇਹਨਾਂ 'ਚੋਂ ਕੋਈ ਵੀ ਹੋਵੇ, ਇਹਨਾਂ ਦਾ ਗੁਰੂ ਪੀਰ ਦਰਗਾਹ ਵਿੱਚ ਇਹਨਾਂ ਦੀ ਜਾਮਣੀ ਇਹਨਾਂ ਦੀ ਮਦਦ ਨਹੀਂ ਕਰੇਗਾ। ਕਹੋ ਸਤਨਾਮ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬੱਕਰਾ ਖਾਣਾ, ਮੱਛੀਆਂ ਖਾਣੀਆਂ ਮੁਰਦਾਰ ਨਹੀਂ, ਕਿਸੇ ਗਰੀਬ ਦਾ ਲਹੂ ਪੀਣਾ ਵੀ ਮੁਰਦਾਰ ਖਾਣ ਦੇ ਬਰਾਬਰ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਉਸ ਦੀ ਮਿਹਨਤ ਮਜ਼ਦੂਰੀ ਰੱਖਣੀ, ਉਸ ਨੂੰ ਲੁੱਟਣਾ ਮਾਰਨਾ। ਖੈਰ, ਆਪਾਂ ਇਹ ਵਿਚਾਰਾਂ ਪਿਛਲੇ ਦਿਨੀ ਸਰਵਣ ਕੀਤੀਆਂ ਸੀ। ਆਓ ਅੱਗੇ ਆਰੰਭ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਸੰਗਤ ਵਿੱਚ ਨਹੀਂ ਜਾਣਾ, ਭੁੱਲ ਕੇ ਵੀ ਇਹਨਾਂ ਦੀ ਪੰਗਤ, ਇਹਨਾਂ ਦੇ ਕੋਲ ਨਾ ਬੈਠੋ। ਪੰਗਤ ਹੁੰਦਾ ਇਕੱਠੇ ਬਹਿਣਾ, ਜਿਵੇਂ ਫੱਟੇ 'ਤੇ ਜਾ ਕੇ ਬਹਿ ਜਾਂਦੇ ਆ, ਕਈ ਵਾਰੀ ਬਾਜ਼ਾਰ 'ਚੋਂ ਲੰਘਦੇ ਆ ਨਾ, ਹਾਲੇ ਵੀ ਕਈ ਥਾਵਾਂ 'ਤੇ ਬੋਹੜਾਂ ਦੇ ਥੱਲੇ, ਦਰਖਤਾਂ ਥੱਲੇ ਫੱਟੇ ਲੱਗੇ ਹੋਏ ਆ, ਤਾਸ਼ ਖੇਡਣ ਵਾਲਿਆਂ ਦੇ, ਜੂਆ ਖੇਡਣ ਵਾਲਿਆਂ ਦੇ। ਤਾਂ ਉਹਨਾਂ ਦੇ ਵਿੱਚ ਕਈ ਉੱਤੋਂ ਦੀ ਗਾਤਰੇ ਪਾਏ ਹੋਏ ਉਹ ਵੀ ਬੈਠੇ ਹੁੰਦੇ ਆ। ਜੇ ਕਹੀਏ ਵੀ ਤੁਸੀਂ ਕੋਈ ਬੈਠਾ, ਮੈਂ ਕਿਹੜਾ ਖੇਡਦਾ, ਕੋਈ ਗੱਲ ਨਹੀਂ, ਹੌਲੀ ਹੌਲੀ ਤੈਨੂੰ ਵੀ ਸਵਾਦ ਪੈ ਜਾਊਗਾ, ਬੈਠਾ ਰਹੇਗਾ ਤਾਂ ਆਦਤ ਬਣ ਜਾਂਦੀ ਹੈ। ਮਾੜੇ ਥਾਂ 'ਤੇ ਤਾਂ ਖੜਨਾ ਵੀ ਮਾੜਾ ਹੈ। ਇਸ ਕਰਕੇ ਸੁਪਨੇ ਮੈਂ ਵੀ ਇਨਕੀ ਸੰਗਤ ਕਰੇ ਨ ਕਬਹੂ, ਥਿਰ ਹੋਏ ਨਾ ਪੰਗਤ, ਇਹਨਾਂ ਦੀ ਲਾਈਨ ਵਿੱਚ ਵੀ ਨਹੀਂ ਖੜਨਾ ਚਾਹੀਏ। ਆਓ ਅੱਗੇ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤੋ ਸੰਗਾ ਚੋਰ ਜਾਰ ਬਟ ਪਾਰ ਜੁਆਰੀ, ਕਿਰਤ ਘਾਣਾ ਬੰਚਕਾ ਛਲੀ ਕੁਚਾਰੀ। ਪਾਤਸ਼ਾਹ ਜੀ ਦੱਸ ਰਹੇ ਹਨ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਮਾਨੋ ਕਹਿ ਰਹੇ ਹਨ ਕਿ ਇਹੋ ਜਿਹੇ ਲੋਕਾਂ ਦੀ, ਮਾੜੇ ਲੋਕਾਂ ਦੀ ਸੰਗਤ ਵੀ ਨਹੀਂ ਕਰਨੀ। ਚੋਰਾਂ ਜਾਰਾਂ ਕੁੱਟਣੀਆਂ, ਇਹਨਾਂ ਸਾਰਿਆਂ ਦਾ ਇੱਕੋ ਹੀ ਕਹਾਣੀ ਹੁੰਦੀ ਹੈ, ਇਕੱਠੇ ਰਹਿੰਦੇ ਹਨ। ਚੋਰਾਂ ਜਾਰਾਂ ਕੁੱਟਣੀਆਂ, ਦੀਵਾਨ, ਇਸ ਤਰ੍ਹਾਂ ਇਹਨਾਂ ਨਗੁਰਿਆਂ ਦੀ ਸੰਗਤ ਸਿੱਖ ਨੇ ਕਦੇ ਵੀ ਨਹੀਂ ਕਰਨੀ।
ਇਹੋ ਜਿਹੇ ਘਰ ਦਾ ਭੋਜਨ ਪਾਣੀ ਵੀ ਨਹੀਂ ਛਕਣਾ ਜੀ। ਸੁਪਨੇ ਮਹਿ ਪੀ ਇਨਕੇ ਸੰਗਤ ਕਰਹ ਨਾ ਕਬਹੁ ਫਿਰ ਨਾ ਪੰਗਤ। ਤੇ ਸੁਪਨਾ ਉਸੇ ਚੀਜ਼ ਦਾ ਆਉਂਦਾ ਹੈ ਜਿਹੜੀ ਚੀਜ਼ ਨੂੰ ਆਪਾਂ ਵੱਧ ਕਰਦੇ ਹਾਂ। ਦਿਨੇ ਵੀ ਦਿਮਾਗ ਵਿੱਚ ਚੱਲੀ ਜਾਂਦਾ, ਰਾਤ ਨੂੰ ਵੀ ਚੱਲੀ ਜਾਂਦਾ, ਫਿਰ ਸੁੱਤੇ ਪਿਆ ਸੁਪਨਾ ਬਣ ਜਾਂਦਾ। ਪਾਤਸ਼ਾਹ ਕਹਿੰਦੇ ਸੁਪਨਾ ਵੀ ਨਾ ਆਵੇ, ਮਾੜੀ ਸੰਗਤ ਦਾ ਸੁਪਨਾ ਵੀ ਨਾ ਆਵੇ। ਤੇ ਸੁਪਨਾ ਤਾਂ ਆਓ ਜੇ ਤੁਹਾਡੇ ਫੁਰਨੇ ਚੱਲਦੇ ਹੈ, ਮਤਲਬ ਤੁਹਾਡੇ ਦਿਮਾਗ ਵਿੱਚ ਮਾੜੀ ਸੰਗਤ ਵਾਲਿਆਂ ਦੀ ਸੰਗਤ ਕਰਨ ਦਾ ਫੁਰਨਾ ਵੀ ਨਾ ਬਣੇ ਜੀ। ਵਿਸਿਆਨ ਤੇ ਬਿਸਹੀ ਨਰ ਬੁਰ ਲਖ ਦਰਜਨ ਤਤ ਛਿਨ ਪਰ ਹਰ। ਔਰ ਵਿਸ਼ੇ ਵਿਕਾਰੀਆਂ ਨਾਲੋਂ, ਵਿਸ਼ਿਆਂ ਨਾਲੋਂ ਭਾਵ ਜੂਆ, ਸ਼ਰਾਬ, ਨਸ਼ੇ, ਵਿਸ਼ੇ ਵਿਕਾਰ, ਇਹਨਾਂ ਤੋਂ ਵੀ ਜ਼ਿਆਦਾ ਉਹ ਬੰਦਾ ਮਾੜਾ ਹੈ ਜਿਹੜਾ ਇਹਨਾਂ ਨੂੰ ਆਪਣੇ ਸਰੀਰ ਵਿੱਚ ਗ੍ਰਹਿਣ ਕਰਦਾ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹਦੀ ਉਲਟ ਦੂਜਾ ਸ਼ਬਦ ਪ੍ਰੀਤਮ ਨੇ ਬਾਣੀ ਵਿੱਚ ਦੱਸਿਆ ਹੈ, ਸੱਚੋਂ ਉਰੇ ਸਭ ਕੋ, ਸਾਰੀ ਦੁਨੀਆ ਸੱਚ ਤੋਂ ਥੱਲੇ ਹੈ, ਸੱਚ ਸਭ ਤੋਂ ਉੱਪਰ ਹੈ। ਤੇ ਫਿਰ ਸਵਾਲ ਪੈਦਾ ਹੋਇਆ ਉਦੋਂ ਉੱਪਰ ਕੌਣ ਹੈ? ਫਿਰ ਕਹਿੰਦੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਆਚਾਰ ਹੁੰਦਾ ਜੀਵਨ ਚਾਲ ਚੱਲਣ। ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਉਹ ਸੱਚ ਤੋਂ ਵੀ ਉੱਚੇ ਹੋ ਗਏ। ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰ, ਇਹ ਨਸ਼ੇ ਸਭ ਕੁਝ ਮਾੜੇ ਹਨ, ਪਰ ਇਹਨਾਂ ਤੋਂ ਵੀ ਮਾੜੇ ਹੈ ਜਿਨ੍ਹਾਂ ਨੇ ਇਹਨਾਂ ਨੂੰ ਧਾਰਨ ਕਰ ਲਿਆ। ਇਸ ਕਰਕੇ ਨਸ਼ੇ ਜਿਹੜੇ ਹੈ ਪੈਕਿੰਗਾਂ ਵਿੱਚ ਪਏ, ਬੋਤਲਾਂ ਵਿੱਚ ਸ਼ਰਾਬ ਪਈ, ਪੁੜੀਆਂ ਦੇ ਵਿੱਚ ਤੰਬਾਕੂ ਪਿਆ, ਉਹਨਾਂ ਚਿਰ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਬੰਦੇ ਦੇ ਮੂੰਹ ਵਿੱਚ ਨਹੀਂ ਜਾਂਦੀਆਂ ਚੀਜ਼ਾਂ। ਤਾਂ ਮਾੜਾ ਕੌਣ ਹੋਇਆ? ਜਦੋਂ ਬੰਦਾ ਇਹਨਾਂ ਨੂੰ ਆਪਣੇ ਅੰਦਰ ਲੈ ਜਾਂਦਾ ਹੈ। ਤਾਂ ਪਾਤਸ਼ਾਹ ਜੀ ਨੇ ਇਸ ਵਿਸ਼ੇ 'ਤੇ ਬਾਣੀ ਵਿੱਚ ਵੀ ਬਖਸ਼ਿਸ਼ ਕੀਤੀ, ਐਸਾ ਮਦ ਮੂਲ ਨਾ ਕੀਚਈ ਜਿਤ ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮਹੁ ਧੱਕੇ ਖਾਏ। ਘਰ ਵਾਲੇ ਵੀ ਫਿਰ ਥੋੜ੍ਹੇ ਸਮੇਂ ਬਾਅਦ ਮੂਲ ਨਹੀਂ ਲਾਉਂਦੇਗੇ, ਉਹ ਵੀ ਧੱਕੇ ਮਾਰਦੇ ਆ। ਔਰ ਇਸੇ ਤਰ੍ਹਾਂ ਹੀ ਰੱਬ ਤੋਂ ਵੀ, ਪਰਮੇਸ਼ਰ ਦੀ ਦਰਗਾਹ 'ਚੋਂ ਵੀ ਧੱਕੇ ਪੈਂਦੇ ਆ। ਫਿਰ ਕਿਉਂ ਇਹੋ ਜਿਹੇ ਲੋਕਾਂ ਦੀ ਸੰਗਤ ਕਰੀਏ ਔਰ ਕਿਉਂ ਇਹੋ ਜਿਹੀਆਂ ਚੀਜ਼ਾਂ ਵਰਤਣੀਆਂ ਕਰੀਏ? ਲੱਖ ਦੁਰਜਨ ਤਤਸ਼ਨ ਪਰ ਹਰੇ, ਇਹੋ ਜਿਹੇ ਮਾੜੇ ਬੰਦਿਆਂ ਨੂੰ ਜਾਣ ਕਰਕੇ ਤੁਰੰਤ ਪਰ ਹਰੇ ਇਹਨਾਂ ਤੋਂ ਦੂਰ ਹੋ ਜਾਓ ਜੀ। ਜਤਾ ਅਗਨ ਤੇ ਲੋਹਾ ਤਪਾਇਆ, ਦਿਪਤਾ ਜਾਤ ਨਹਿ ਹਾਥ ਛਵਾਇਆ। ਇਹਨਾਂ ਲੋਕਾਂ ਤੋਂ ਐਂ ਡਰੋ ਜਿਵੇਂ ਤਪਦੇ ਲੋਹੇ ਨੂੰ ਹੱਥ ਲਾਉਣ ਤੋਂ ਡਰਦੇ ਹੋ। ਡਰਦੇ ਆ ਨਾ, ਚੁੱਲ੍ਹੇ ਕੋਲੇ ਬੈਠ ਕੇ ਕਿੰਨਾ ਖਿਆਲ ਰੱਖਦੇ ਆ ਕਿਤੇ ਅੱਗ ਨਾ ਪੈ ਜੇ ਉੱਤੇ, ਚੰਗਿਆੜਾ ਨਾ ਪੈ ਜੇ, ਅੱਗ ਨਾ ਲੱਗ ਜਾਵੇ। ਇਹਨਾਂ ਚੀਜ਼ਾਂ ਤੋਂ ਇੰਨਾ ਡਰੋ ਜਿਵੇਂ ਬੰਦਾ ਅੱਗ ਤੋਂ ਡਰਦਾ ਹੈ ਕਿ ਹੱਥ ਨਾ ਲੱਗ ਜਾਵੇ। ਬਾਬਾ ਜੀ ਕਹਿੰਦੇ ਫਰੀਦ ਜੀ, ਹੱਥ ਨਾ ਲਾਈ ਕੁਸੰਬੜੈ ਜਲ ਜਾਸੀ ਢੋਲਾ। ਕੁਸੰਬੜੇ ਕਹਿੰਦੇ ਆ ਮਾਇਆ ਦੇ ਰੰਗਾਂ ਨੂੰ। ਕੁਸੰਬੜੇ ਦੇ ਇੱਕ ਫੁੱਲ ਵੀ ਹੁੰਦੇ ਆ ਗੁਲਾਬੀ ਲਾਲ ਗੂੜ੍ਹੇ ਰੰਗ ਦੇ, ਉਹ ਦੂਰੋਂ ਵੇਖੀ ਜਾਈਏ ਤੇ ਸੋਹਣੇ ਲੱਗਦੇ ਆ। ਜੇ ਤੁਸੀਂ ਹੱਥ ਲਾਤਾ ਨਾ ਉਹ ਨਾਲ ਦੀ ਨਾਲ ਪਾਣੀ ਛੱਡ ਜਾਂਦੇ ਆ ਤੇ ਹੱਥ ਗੰਦੇ ਹੋ ਜਾਂਦੇ ਆ, ਉਹ ਕੁਮਲਾ ਜਾਂਦੇ ਆ ਫੁੱਲ। ਇਸ ਕਰਕੇ ਇਸ ਮਾਇਆ ਨੂੰ ਪਾਤਸ਼ਾਹ ਜੀ ਕਹਿੰਦੇ ਹੱਥ ਵੀ ਨਾ ਲਾਓ, ਤੂੰ ਸੜ ਜਾਵੇਂਗਾ। ਇਹੋ ਜਿਹੇ ਲੋਕਾਂ ਦੀ ਸੰਗਤ ਨਾ ਕਰੋ। ਇਸੀ ਕੁਸੰਗਤ ਅੱਗੇ ਸਤਸੰਗ ਕੈਸੀ ਹੈ? ਸਿੱਖ ਨੂੰ, ਮੈਂ ਤਾਂ ਕਹਿਣਾ ਹਰੇਕ ਮਨੁੱਖ ਨੂੰ ਸਿੱਖ ਤਾਂ ਕਹਿਣਾ ਪੈਂਦਾ, ਕਿਉਂਕਿ ਪਾਤਸ਼ਾਹ ਨੇ ਖਾਸ ਕਰਕੇ ਸੰਬੋਧਨ ਆਪਣੇ ਸਿੱਖਾਂ ਨੂੰ, ਸਿੰਘਾਂ ਨੂੰ ਕੀਤਾ। ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਕੰਮ ਦੀਆਂ ਗੱਲਾਂ ਸਾਡੇ ਸਾਰਿਆਂ ਵਾਸਤੇ ਹੀ ਆ, ਸਾਰਿਆਂ ਦੇ ਕੰਮ ਦੀਆਂ ਹਨ। ਇਸ ਕਰਕੇ ਸਤਸੰਗ ਕੈਸੀ ਹੋਵੇ ਜੀ? ਸਤ ਸੰਗ ਜਨ ਸੁਸ਼ੀਲ ਕੀ ਸੰਗਤ ਕਰੀਏ, ਜਿਨ ਮਿਲਤੇ ਅਵਗਣ ਪਰ ਹਰੀਏ। ਉਹਨਾਂ ਸੁਸ਼ੀਲ ਨਿਮਰਤਾਵਾਨ ਰੱਬ ਦੇ ਪਿਆਰਿਆਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਨ੍ਹਾਂ ਨੂੰ ਮਿਲ ਕਰਕੇ ਸਾਨੂੰ ਮਾੜੇ ਕੰਮ ਛੱਡਣ ਦੀ ਪ੍ਰੇਰਨਾ ਮਿਲੇ। ਕਿਉਂਕਿ ਹਮੇਸ਼ਾ ਹੀ ਰੱਬ ਦੇ ਪਿਆਰੇ ਜਦੋਂ ਵੀ ਕੋਈ ਉਹਨਾਂ ਨੂੰ ਮਿਲੇਗਾ ਤਾਂ ਉਹ ਇਹ ਪੁੱਛਣਗੇ ਨਾਮ ਕਿੰਨਾ ਜਪਦਾ ਹੈ, ਗੁਰੂ ਵਾਲਾ ਬਣਿਆ ਕਿ ਨਹੀਂ ਬਣਿਆ। ਯਾਰ ਸੰਸਾਰੀ ਮਿਲੂਗਾ ਉਹ ਪੁੱਛੂਗਾ ਹੋਰ ਫਿਰ ਕਿੰਨੀ ਕਮਾਈ ਕਰ ਲੈਣਾ, ਕਿੰਨੇ ਕੁ ਜੋੜ ਲਏ, ਉਹ ਇਹਨੇ ਇਹੀ ਪੁੱਛਣਾ। ਸਤਸੰਗੀ ਨੇ, ਨਾਮ ਜਪਣ ਵਾਲੇ ਨੇ ਪੁੱਛਣਾ ਬਈ ਗੁਰੂ ਵਾਲਾ ਬਣਿਆ ਕਿ ਨਹੀਂ ਬਣਿਆ। ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ 60-65 ਸਾਲ ਦੀ ਉਮਰ ਤੱਕ ਗੰਗਾ ਦੀ ਯਾਤਰਾ ਕਰਦੇ ਰਹੇ।
ਉਹਨਾਂ ਦੇ ਦਿਮਾਗ ਵਿੱਚ ਇਹ ਖਿਆਲ ਸੀ ਕਿ ਜਿਹੜੇ ਗੰਗਾ 'ਤੇ ਜਾਂਦੇ ਆ ਉਹਨਾਂ ਦੀ ਮੁਕਤੀ ਹੋ ਜਾਊਗੀ, ਕਿਉਂਕਿ ਹਿੰਦੂ ਮਤ ਦੇ ਪ੍ਰਚਾਰਕਾਂ ਨੇ ਇਹ ਗੱਲ ਫੈਲਾਈ ਹੋਈ ਹੈ ਵੀ ਗੰਗਾ ਦੇ ਵਿੱਚ ਇਸ਼ਨਾਨ ਕਰਿਆ ਮੁਕਤੀ ਹੋ ਜਾਂਦੀ ਹੈ, ਗੰਗਾ ਦੇ ਵਿੱਚ ਹੱਡ ਪਾਇਆ ਉਹ ਜੀਵ ਦੀ ਮੁਕਤੀ ਹੋ ਜਾਂਦੀ ਹੈ, ਉਹਨਾਂ ਦੇ ਫੁੱਲ ਪਾਇਆ। ਅਤੇ ਲੋਕਾਂ ਦੇ ਵਿੱਚ ਗੱਲ ਘਰ ਘਰ ਗਈ ਅਤੇ ਬਾਬਾ ਅਮਰਦਾਸ ਜੀ ਵੀ ਜਾਂਦੇ ਹੈ। ਔਰ ਇੱਕ ਦਿਨ ਗੰਗਾ ਤੋਂ ਵਾਪਸ ਆ ਰਹੇ ਆ ਯਾਤਰਾ ਕਰਕੇ, ਅਤੇ ਇੱਕ ਉਹਨਾਂ ਨੂੰ ਬ੍ਰਹਮਚਾਰੀ ਗੰਗਾ ਦਾ ਯਾਤਰੀ ਜਿਹੜਾ ਗਿਆਨਵਾਨ ਸੀ ਉਹ ਮਿਲਿਆ ਇਹਨਾਂ ਦੀ ਸਤਸੰਗੀ। ਔਰ ਦੋਨੋਂ ਵਾਪਸ ਆ ਰਹੇ ਨੇ, ਅਤੇ ਜਦੋਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਆਇਆ ਅਤੇ ਉਸ ਸਤਸੰਗੀ ਨੇ ਭਾਵ ਉਸ ਬ੍ਰਹਮਚਾਰੀ ਨੇ ਅੱਗੇ ਜਾਣਾ ਸੀਗਾ, ਅਤੇ ਪਾਤਸ਼ਾਹ ਜੀ ਨੇ ਰੋਕ ਲਿਆ। ਕਹਿੰਦੇ ਭਾਈ ਸਾਹਿਬ ਅੱਜ ਇੱਥੇ ਸਾਡੇ ਕੋਲ ਹੀ ਰਾਤ ਕੱਟੋ, ਰਾਤ ਹਨੇਰਾ ਹੋ ਰਿਹਾ, ਹੁਣ ਨਾ ਗਾਹਾਂ ਨਾ ਜਾਓ, ਤੁਰ ਕੇ ਤੜਕੇ ਚਲੇ ਜਾਇਓ। ਬ੍ਰਹਮਚਾਰੀ ਰੁਕ ਗਿਆ ਅਤੇ ਬ੍ਰਹਮਚਾਰੀ ਨੇ ਜਲ ਪਾਣੀ ਛਕਿਆ, ਪ੍ਰਸ਼ਾਦਾ ਪਾਣੀ ਛਕਿਆ, ਮੰਜੇ ਡਾਹ ਲਏ, ਪੈ ਗਏ, ਗੱਲਾਂ ਬਾਤਾਂ ਕਰੀ ਜਾਂਦੇ ਆ। ਕੁਦਰਤੀ ਗੱਲਾਂ ਚੱਲਦੀਆਂ ਚੱਲਦੀਆਂ ਉਸ ਬ੍ਰਹਮਚਾਰੀ ਨੇ ਪੁੱਛ ਲਿਆ, ਅਮਰਦਾਸ ਤੇਰਾ ਗੁਰੂ ਕੌਣ ਹੈ? ਅੱਜ ਵੀ ਬਹੁਤ ਲੋਕ ਇਸ ਗੱਲ 'ਤੇ ਜਿੱਦ ਕਰ ਲੈਂਦੇ ਆ, ਨਹੀਂ ਗੁਰੂ ਦੀ ਕੀ ਲੋੜ ਹੈ, ਗੰਗਾ 'ਤੇ ਇਸ਼ਨਾਨ ਕਰਿਆ ਮੁਕਤੀ ਹੁੰਦੀ ਹੈ, ਬਹੁਤ ਲੋਕ ਜਿੱਦ ਕਰਦੇ ਆ। ਅਤੇ ਜਿਸ ਵੇਲੇ ਬ੍ਰਹਮਚਾਰੀ ਨੇ ਪੁੱਛਿਆ ਅਤੇ ਉਸ ਵੇਲੇ ਅਮਰਦਾਸ ਜੀ ਕਹਿੰਦੇ ਆਪਾਂ ਨੂੰ ਗੁਰੂ ਦੀ ਕੀ ਲੋੜ ਹੈ? ਗੁਰੂ ਦੀ ਕੀ ਲੋੜ ਹੈ? ਗੁਰੂ ਤੋਂ ਬਗੈਰ ਤਾਂ ਸਰਨਾ ਹੀ ਨਹੀਂ ਮਨੁੱਖ ਨੂੰ। ਜਿਸ ਵੇਲੇ ਗੱਲ ਕਹੀ ਬ੍ਰਹਮਚਾਰੀ ਤ੍ਰਭਕਿਆ, ਉੱਠ ਕੇ ਬੈਠਾ ਹੋ ਗਿਆ ਮੰਜੇ ਤੋਂ, ਤੂੰ ਗੁਰੂ ਵਾਲਾ ਨਹੀਂ ਬਣਿਆ ਹਜੇ। ਕਹਿੰਦੇ ਨਾ, ਆਪਾਂ ਤਾਂ ਗੰਗਾ ਦੇ ਯਾਤਰੀ, ਆਪਾਂ ਨੂੰ ਕੀ ਲੋੜ ਆ। ਅੱਜ ਵੀ ਬਹੁਤ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਆਸੇ ਪਾਸੇ ਭਟਕ ਰਹੇ ਨੇ, ਉਹ ਵੀ ਇਹ ਸੋਚਦੇ ਆ ਸ਼ਾਇਦ ਫਲਾਣੇ ਕੋਲੇ ਜਾ ਕੇ ਸਾਡੀ ਮੁਕਤੀ ਹੋ ਜੂਗੀ, ਜਾਂ ਫਲਾਣੇ ਥਾਂ ਜਾ ਕੇ ਮੁਕਤੀ ਹੋ ਜੂ ਕੇਵਲ ਤੇ ਕੇਵਲ। ਅਤੇ ਉਸੇ ਵੇਲੇ ਬ੍ਰਹਮਚਾਰੀ ਉਹਨਾਂ ਦੇ ਘਰੋਂ ਮੰਜੇ ਤੋਂ ਉੱਠ ਖੜੇ ਆ, ਜੁੱਤੀ ਪੈਰਾਂ 'ਚ ਪਾ ਲਈ। ਗੁਰੂ ਅਮਰਦਾਸ ਜੀ ਰੋਕਦੇ ਆ, ਭਾਈ ਸਾਹਿਬ ਤੁਸੀਂ ਕਿੱਧਰ ਚੱਲੇ? ਕਹਿੰਦੇ ਮੈਂ ਤਾਂ ਹੁਣ ਤੇਰੇ ਕੋਲ 1 ਮਿੰਟ ਵੀ ਨਹੀਂ ਖੜ੍ਹਦਾ ਗਾ, ਮੈਂ ਤਾਂ ਅੱਜ ਦੀ ਯਾਤਰਾ ਦਾ ਜਿਹੜਾ ਮੈਨੂੰ ਫਲ ਮਿਲਣਾ ਸੀ ਉਹ ਖਰਾਬ ਹੀ ਕਰ ਲਿਆ ਨਗੋਰੇ ਦੀ ਸੰਗਤ ਕਰਕੇ, ਮੈਂ ਨਹੀਂ ਹੁਣ ਖੜ੍ਹਦਾ, ਆਪਾਂ ਚੱਲੇ ਹਾਂ। ਬੜੀਆਂ ਮਿੰਨਤਾਂ ਕੀਤੀਆਂ ਬਾਬਾ ਜੀ ਨੇ ਉਸ ਵੇਲੇ ਉਹਨਾਂ ਦੀਆਂ, ਪਰ ਉਹ ਨਾ ਰੁਕਿਆ। ਅਤੇ ਉਹਦੇ ਜਾਣ ਦੇ ਕਾਰਨ ਇੱਕ ਐਸੀ ਵੱਡੀ ਚੋਟ ਲੱਗੀ ਗੁਰੂ ਅਮਰਦਾਸ ਜੀ ਦੇ ਮਨ 'ਤੇ ਵੀ ਯਾਰ ਗੁਰੂ ਵਾਲੇ ਬਣਨਾ ਇੰਨਾ ਜ਼ਰੂਰੀ ਆ। ਵੀ ਇੱਕ ਮੇਰਾ ਇੰਨੇ ਪਿਆਰਾ ਮਿੱਤਰ, ਮੇਰਾ ਦੋਸਤ ਗੰਗਾ ਤੋਂ ਚੱਲਿਆ, ਇਕੱਠੇ ਆਏ ਅਸੀਂ, ਅਤੇ ਆਹ ਗੱਲ ਸੁਣ ਕੇ ਸਮਝ ਕੇ ਜਾਂ ਜਾਣ ਕੇ ਮੈਨੂੰ ਛੱਡ ਕੇ ਤੁਰ ਗਿਆ ਵੀ ਤੂੰ ਨਗੋਰਾ ਹੈ, ਮੈਂ ਤਾਂ ਤੇਰੇ ਘਰ ਦਾ ਅੰਨ ਪਾਣੀ ਵੀ ਨਹੀਂ ਖਾਣਾ ਸੀਗਾ, ਮੈਂ ਨਹੀਂ ਖੜਦਾ ਹੁਣ ਇੱਥੇ। ਸਾਰੀ ਰਾਤ ਤੜਫਣਾ ਲੱਗੀ ਰਹੀ, ਸਾਰੀ ਰਾਤ ਉਸਲ ਵੱਟੇ ਲੈਂਦੇ ਰਹੇ, ਟਹਿਲਦੇ ਰਹੇ, ਤੁਰੇ ਫਿਰਦੇ ਰਹੇ, ਨੀਂਦ ਨਹੀਂ ਆਈ। ਵੀ ਯਾਰ ਗੁਰੂ ਵਾਲੇ ਬਣਨਾ ਇੰਨਾ ਜ਼ਰੂਰੀ ਹੈ ਮਨਾ, ਅਤੇ ਫਿਰ ਤਾਂ ਜਲਦੀ ਤੋਂ ਜਲਦੀ ਗੁਰੂ ਵਾਲੇ ਬਣ ਜਾਣਾ ਚਾਹੀਦਾ ਮਨੁੱਖ ਨੂੰ, ਕਿਉਂਕਿ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ। ਅਤੇ ਤੜਕੇ ਦਿਨ ਚੜ੍ਹਦੇ ਦੇ ਨਾਲ ਹੀ ਅੰਮ੍ਰਿਤ ਵੇਲੇ ਬੀਬੀ ਅਮਰੋ ਜੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ, ਉਹਨਾਂ ਨੇ ਜਾ ਕਰਕੇ ਮਧਾਣੀ ਪਾਈ ਹੈ ਚਾਟੀ 'ਚ, ਦੁੱਧ ਰਿੜਕਣਾ ਸ਼ੁਰੂ ਕੀਤਾ ਪੀੜੇ 'ਤੇ ਬੈਠ ਕੇ, ਅਤੇ ਨਾਲ ਨਾਲ ਜਪਜੀ ਸਾਹਿਬ ਆਸਾ ਦੀ ਵਾਰ ਹੋ, ਜਿਹੜੇ ਬਚਨ ਗੁਰੂ ਪਿਤਾ ਤੋਂ ਸੁਣੇ ਸੀ, ਯਾਦ ਕੀਤੇ ਸੀ, ਉਹ ਗਾ ਰਹੀ ਆ। ਅਤੇ ਅਮਰਦਾਸ ਸਮਾਜ ਦੇ ਕੰਨ ਵਿੱਚ ਅੱਜ ਇਹ ਆਵਾਜ਼ ਪਈ ਬਾਣੀ ਦੀ। ਆਵਾਜ਼ ਤਾਂ ਪਹਿਲਾਂ ਵੀ ਆਉਂਦੀ ਹੋਣੀ ਹੈ, ਪਰ ਪਹਿਲਾਂ ਗੌਰ ਹੀ ਨਹੀਂ ਕੀਤੀ ਕਦੇ। ਕੋ ਸਤਿਨਾਮ ਵੀ ਗੁਰੂ ਵਾਲੇ ਬਣਨਾ ਚਾਹੀਦਾ, ਪਹਿਲਾਂ ਕਦੇ ਗੌਰ ਹੀ ਨਹੀਂ ਕੀਤੀ ਹੋਣੀ। ਦਿਨ ਚੜ੍ਹੇ ਉੱਠਦੇ ਹੋਣਗੇ, ਐਸੀ ਗੱਲ ਹੋਣੀ ਆ ਕੋਈ, ਪਰ ਅੱਜ ਸਾਰੀ ਰਾਤ ਨੀਂਦ ਨਾ ਆਈ, ਅਤੇ ਜਦ ਤੜਕੇ ਉੱਠ ਕੇ ਕੰਨ ਵਿੱਚ ਬਾਣੀ ਦੀ ਆਵਾਜ਼ ਪਈ, ਜਿੱਧਰੋਂ ਆਵਾਜ਼ ਆ ਰਹੀ ਹੈ ਉੱਧਰ ਨੂੰ ਚਲੇ ਗਏ, ਅਤੇ ਗਾਂਹ ਕੀ ਦੇਖਦੇ ਹੈ ਤਾਂ ਆਵਾਜ਼ ਸਾਡੇ ਘਰੋਂ ਹੀ ਆ ਰਹੀ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ, ਹੈ ਤਾਂ ਸਾਡੇ ਘਰੋਂ ਹੀ ਆਵਾਜ਼ ਆ ਰਹੀ ਹੈ। ਰਸੋਈ ਕੋਲ ਗਏ ਅਤੇ ਉਹਨਾਂ ਦੀ ਭਤੀਜ ਨੂੰ, ਭਤੀਜੇ ਨੂੰ ਵਿਆਹੀ ਹੋਈ ਬੱਚੀ, ਉਹਨਾਂ ਦੀ ਭਤੀਜ ਨੂੰ ਦੁੱਧ ਰਿੜਕ ਰਹੀ ਸੀ, ਜਿਸ ਦਾ ਨਾਮ ਬੀਬੀ ਅਮਰੋ ਹੈ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਆ। ਉਹ ਗਾ ਰਹੀ ਸੀ, ਅਤੇ ਸਹੁਰੇ ਲੱਗਦੇ ਸਨ, ਚਾਚੇ ਸਹੁਰੇ ਜਾਂ ਤਾਏ ਸਹੁਰੇ ਸਾਈਡ 'ਤੇ ਖੜ੍ਹ ਗਏ। ਔਰ ਜਿਸ ਵੇਲੇ ਸਾਰਾ ਦੁੱਧ ਰਿੜਕਿਆ ਗਿਆ, ਬਾਣੀ ਵੀ ਸੰਪੂਰਨ ਹੋਈ, ਬੀਬੀ ਨੇ ਮਧਾਣੀ ਛੱਡੀ, ਉੱਠ ਕੇ ਜਦ ਰਸੋਈ 'ਚੋਂ ਬਾਹਰ ਆਈ ਅਤੇ ਕੀ ਵੇਖਦੀ ਹੈ ਕਿ ਬਾਪੂ ਜੀ ਖੜ੍ਹੇ ਆ। ਕਹਿੰਦੀ ਬਾਪੂ ਜੀ ਤੁਸੀਂ ਕਿਵੇਂ? ਬੇਟਾ ਤੂੰ ਕੀ ਗਾ ਰਹੀ ਸੀ ਨਾਲ ਨਾਲ? ਬਾਪੂ ਜੀ ਮੈਂ ਗੁਰਬਾਣੀ ਗਾ ਰਹੀ ਸੀਗੀ, ਬਾਬੇ ਨਾਨਕ ਦੀ ਬਾਣੀ ਆ। ਇੱਥੇ ਬਾਬਾ ਨਾਨਕ ਰਹਿੰਦਾ ਕਿੱਥੇ ਆ? ਅਮਰਦਾਸ ਜੀ ਪੁੱਛਣ ਲੱਗੇ। ਬੀਬੀ ਅਮਰੋ ਕਹਿੰਦੀ ਵੀ ਉਹ ਤਾਂ ਹੈ ਨਹੀਂ ਗੇ, ਇਸ ਦਾ ਸਰੀਰ ਛੱਡ ਗਏ,
ਓਹੋ, ਐਸੀ ਬਾਣੀ ਉਚਾਰਨ ਵਾਲਾ ਗੁਰੂ ਆਇਆ ਤੇ ਮੈਨੂੰ ਮਿਲ ਨਾ ਸਕਿਆ। ਮੈਂ ਉਹਨਾਂ ਨੂੰ, ਮੈਂ ਤਾਂ ਬੇਟੇ ਗੁਰੂ ਵਾਲਾ ਬਣਨਾ, ਮੈਨੂੰ ਤਾਂ ਰਾਤ ਮੇਰਾ ਸਾਥੀ ਦੋਸਤ ਅੱਧੀ ਰਾਤ ਨੂੰ ਛੱਡ ਕੇ ਤੁਰ ਗਿਆ, ਇਹ ਕਹਿ ਕੇ ਵੀ ਤੂੰ ਨਗੁਰਾ ਹੈ, ਮੈਂ ਤੇਰੇ ਘਰ ਦਾ ਅੰਨ ਪਾਣੀ ਨਹੀਂ ਖਾਣਾ ਸੀ। ਕਿਉਂ ਖਾਧਾ? ਮੈਂ ਜ਼ਿੰਦਗੀ ਖਰਾਬ ਕਰ ਲਈ, ਮੈਂ ਆਪਣੀ ਯਾਤਰਾ ਖਰਾਬ ਕਰ ਲਈ ਅੱਜ ਦੀ। ਤੇ ਬੀਬੀ ਅਮਰੋ ਕਹਿੰਦੀ ਫਿਰ ਕੀ ਹੋਇਆ ਬਾਪੂ ਜੀ, ਘਬਰਾਓ ਨਾ, ਬਾਬੇ ਨਾਨਕ ਦੀ ਡਿਊਟੀ ਤੇ ਮੇਰੇ ਪਿਤਾ ਜੀ ਡਿਊਟੀ ਕਰ ਰਹੇ ਆ, ਤੁਸੀਂ ਉਹਨਾਂ ਕੋਲੇ ਜਾਓ ਤੇ ਗੁਰਤਾ ਗੱਦੀ ਤੇ ਉਹ ਵਿਰਾਜਮਾਨ ਹੈ, ਤੁਹਾਨੂੰ ਗੁਰਮੰਤਰ ਦੇ ਦੇਣਗੇ। ਤੇ ਗੁਰੂ ਅਮਰਦਾਸ ਜੀ ਕਹਿੰਦੇ ਬੇਟਾ ਫਿਰ ਹੁਣੇ ਲੈ ਕੇ ਚੱਲ, ਮੈਂ ਹੁਣ ਅੱਜ ਦਾ ਟਾਈਮ ਟਪਾਉਣਾ ਨਹੀਂ। ਬੀਬੀ ਅਮਰੋ ਕਹਿੰਦੀ ਦੇਖੋ ਬਾਪੂ ਜੀ, ਮੈਨੂੰ ਹੁਕਮ ਹੈ ਮੇਰੇ ਪਿਤਾ ਦਾ ਕਿ ਸੱਦੇ ਤੋਂ ਬਗੈਰ ਸਹੁਰਿਆਂ ਤੋਂ ਪੇਕੇ ਨਹੀਂ ਆਉਣਾ ਤੇ ਇੱਥੋਂ ਭੇਜੇ ਤੋਂ ਬਗੈਰ ਨਹੀਂ ਜਾਣਾ, ਮੈਨੂੰ ਦੱਸ ਕੇ ਆਉਣਾ ਤੇ ਮੈਨੂੰ ਦੱਸ ਕੇ ਜਾਣਾ, ਤੇ ਮੈਂ ਇੱਦਾਂ ਕਿਵੇਂ ਜਾਵਾਂ। ਤੇ ਉਸ ਵੇਲੇ ਫਿਰ ਬੀਬੀ ਅਮਰੋ ਨੂੰ ਅਮਰਦਾਸ ਸਤਿਗੁਰੂ ਕਹਿਣ ਲੱਗੇ ਬੇਟੇ ਤੂੰ ਮੈਨੂੰ ਲੈ ਕੇ ਚੱਲ ਜੀ, ਉਹ ਗੁਰੂ ਹੈ ਤੇ ਦਿਲਾਂ ਦੀਆਂ ਵੀ ਜਾਣਦਾ ਹੋਊਗਾ। ਐਮਰਜੈਂਸੀ ਆ ਹੁਣ, ਮੈਨੂੰ ਨਾ ਐਂ ਲੱਗਦਾ ਵੀ ਮੈਂ ਮਰ ਜਾਵਾਂਗਾ, ਆਖਾਂ ਜੀਵਾਂ ਵਿਸਰੇ ਮਰ ਜਾਉ। ਇੰਨੀਆਂ ਫਟਕਾਰਾਂ ਪਾ ਗਿਆ ਜਾਂਦਾ ਜਾਂਦਾ ਬ੍ਰਹਮਚਾਰੀ, ਇੰਨੀਆਂ ਚੋਟਾਂ ਲਾ ਗਿਆ ਜਾਂਦਾ ਜਾਂਦਾ, ਤੇ ਅਖੀਰ ਬੀਬੀ ਅਮਰੋ ਉਹਨਾਂ ਨੂੰ ਲੈ ਕੇ ਖਡੂਰ ਸਾਹਿਬ ਜਾਂਦੇ ਆ। ਤੇ ਖਡੂਰ ਸਾਹਿਬ ਜਾ ਕੇ ਉਹਨਾਂ ਨੂੰ ਮਿਲਦੇ ਹਨ ਔਰ ਉਹਨਾਂ ਨੂੰ ਬਾਹਰ ਛੱਡ ਜਾਂਦੇ ਹਨ ਬਚਨ ਮਨਾਉਣ ਵਾਸਤੇ, ਵੀ ਸੱਦੇ ਬਿਨਾਂ ਜਾਣਾ ਨਹੀਂਗਾ, ਫਿਰ ਦੂਜਾ ਬੰਦਾ ਨਾਲ ਲੈ ਕੇ ਜਾਣਾ, ਇਹ ਵੀ ਹੁਕਮ ਤੋਂ ਬਗੈਰ ਨਹੀਂ ਹੈ। ਤੇ ਜਿਸ ਵੇਲੇ ਅੰਦਰ ਗਏ ਤੇ ਗੁਰੂ ਅੰਗਦ ਦੇਵ ਜੀ ਪਲੰਘੇ ਤੇ ਬੈਠੇ, ਕਹਿੰਦੇ ਬੇਟਾ ਜਿਨ੍ਹਾਂ ਦੀ ਬਾਂਹ ਫੜ ਕੇ ਲਿਆਈਏ ਰਾਹ 'ਚ ਨਹੀਂ ਛੱਡੀ ਦੇ, ਜਾ ਲੈ ਕੇ ਆ ਅੰਦਰ ਮਹਾਂਪੁਰਸ਼ਾਂ ਨੂੰ, ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਅਮਰਦਾਸ ਜੀ ਅੰਦਰ ਗਏ, ਉਹਨਾਂ ਦੇ ਪੈਰੀ ਪੈਣ ਲੱਗੇ, ਪਰ ਗੁਰੂ ਅੰਗਦ ਦੇਵ ਜੀ ਕੁੜਮ ਜਾਣ ਕੇ ਉੱਠ ਕੇ ਗਲੇ ਲਾਉਣ ਲੱਗੇ, ਗਲਵੱਕੜੀ ਜਿਵੇਂ ਮਿਲਦੇ ਆ ਅਸੀਂ। ਤੇ ਗੁਰੂ ਅਮਰਦਾਸ ਜੀ ਕਹਿੰਦੇ ਮਹਾਰਾਜ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਸਿੱਖ ਬਣ ਕੇ ਆਇਆ, ਮੈਨੂੰ ਚਰਨਾਂ ਦੀ ਸ਼ਰਨ ਬਖਸ਼ੋ। ਬੈਠ ਕੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ, ਫਿਰ ਦੱਸਿਆ ਵੀ ਮੈਂ ਤਾਂ ਗੁਰੂ ਵਾਲੇ ਬਣਨਾ ਤੇ ਮੈਨੂੰ ਗੁਰਮੰਤਰ ਦਿਓ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਠੀਕ ਹੈ ਪੁਰਖਾ, ਕੋਈ ਗੱਲ ਨਹੀਂ, ਸੇਵਾ ਕਰਿਆ ਕਰ, ਚਾਹੇ ਇੱਥੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਹੈ, ਚਾਹੇ ਕੋਈ ਮਿੱਤਰ ਹੈ, ਚਾਹੇ ਕੋਈ ਆਪਣਾ, ਚਾਹੇ ਪੁਰਾਣਾ ਹੈ, ਜਿਹਨੂੰ ਵੀ ਮਿਲਿਆ ਸੇਵਾ ਕਰਕੇ ਮਿਲਿਆ। ਚਾਹੇ ਬੇਬੇ ਮਾਤਾ ਗੰਗਾ ਜੀ ਵੀ ਕਿਉਂ ਨਹੀਂ ਸੀ ਘਰ ਦੇ ਵਿੱਚ, ਕੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਾ ਕਰਕੇ ਦਿੱਤਾ ਨਾ, ਉੱਥੇ ਵੀ ਆਪੇ ਸੇਵਾ ਲਾਈ ਨੇ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪੇ ਸਾਰ ਕਰੇ। ਕਹਿੰਦੇ ਕੋਈ ਨਹੀਂ ਪੁਰਖਾ ਸੇਵਾ ਕਰਿਆ ਕਰ। ਫਿਰ ਸੇਵਾ ਲਾਈ ਪਾਣੀ ਢੋਣ ਦੀ, ਲੰਗਰ ਦੇ ਵਿੱਚ ਪਾਣੀ ਦੀ ਬੜੀ ਲੋੜ ਹੈ, ਤੂੰ ਆਪਣੇ ਦਰਿਆ ਵਗਦਾ ਨੇੜੇ ਬਿਆਸ, ਉੱਥੋਂ ਪਾਣੀ ਲਿਆਇਆ ਕਰ। ਠੀਕ ਆ ਮਹਾਰਾਜ। ਦੇਖੋ 65 ਸਾਲ ਦੀ ਉਮਰ ਦੇ ਵਿੱਚ ਤਾਂ ਅੱਜ ਕੱਲ੍ਹ ਬਹੁਤੇ ਤਾਂ ਭਾਰ ਚੱਕਣਾ ਦੂਰ, ਖੁਦ ਵੀ ਸੰਭਾਲਣਾ ਔਖਾ ਹੋ ਜਾਂਦਾ, ਪਰ ਉਹਨਾਂ ਨੇ 65 ਸਾਲ ਦੀ ਉਮਰ ਤੋਂ ਸ਼ੁਰੂ ਕਰਕੇ 12 ਸਾਲ ਪਾਣੀ ਢੋਇਆ। ਤੇ ਅਖੀਰ ਤੇ ਫਿਰ ਉਹਨਾਂ ਨੂੰ ਜਿੱਦਨੇ ਬਖਸ਼ਾਂ ਕੀਤੀਆਂ ਤੇ ਉਹਦੇ ਫਿਰ ਇੰਨੀਆਂ ਬਖਸ਼ਾਂ ਕਰਤੀਆਂ ਕਿ ਉਹ ਅਮਰਦਾਸ ਜਿਹੜੇ ਕਿਸੇ ਵੇਲੇ ਨਗੁਰੇ ਸਨ, ਉਹ ਲੋਕਾਂ ਨੂੰ ਗੁਰੂ ਵਾਲਾ ਬਣਾਉਣ ਵਾਲੇ, ਤਾਰਨ ਵਾਲੇ ਬਣ ਗਏ। ਕਹੋ ਸਤਿਨਾਮ। ਇਤਿਹਾਸ ਤੁਸੀਂ ਜਾਣਦੇ ਹੋ, ਮੈਂ ਰਿਪੀਟ ਕੀਤਾ ਹੈ ਇਸ ਕਰਕੇ। ਆਓ ਉਹਨਾਂ ਦੀ ਸੰਗਤ ਕਰੀਏ ਜਿਨ੍ਹਾਂ ਦੇ ਮਿਲਿਆ ਸਾਡੇ ਔਗਣ ਖਤਮ ਹੋ ਜਾਣ, ਐਸੀ ਸਤਸੰਗ ਕਰੀਏ ਜੀ। ਕਥਾ ਸਰਵਣ ਸੁਣੀ ਹੈ ਅਵਤਾਰਨ ਇਤਿਹਾਸ, ਸਤਿਗੁਰ ਦਸ ਜਿਮ ਕਰੇ ਬਿਲਾਸ। ਤਾਂ ਹੋਰ ਕੀ ਸਤਸੰਗ ਕਰੀਏ, ਕਥਾ ਸੁਣਿਆ ਕਰੋ, ਗੁਰਬਾਣੀ ਦੀ ਕਥਾ ਸੁਣਿਆ ਕਰੋ, ਇਤਿਹਾਸ ਦੀ ਕਥਾ ਸੁਣਿਆ ਕਰੋ। ਜਿਵੇਂ 10 ਗੁਰੂਆਂ ਨੇ ਕੌਤਕ ਕੀਤੇ, ਇਹਨਾਂ ਨੂੰ ਸੁਣਿਆ ਕਰੋ। ਬਿਲਾਸ ਹੁੰਦੇ ਆ ਕੌਤਕ, ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤਾ, ਇਹਨਾਂ ਨੂੰ ਸੁਣਿਆ ਕਰੋ। ਮਹਾਰਾਜ ਸੁਣਨ ਨਾਲ ਕੀ ਹੋਊਗਾ? ਬਾਣੀ ਨੂੰ ਪੁੱਛੀਏ, ਸਾਨੂੰ ਪੁੱਛੀਏ ਤਾਂ ਬਾਣੀ ਕਹਿੰਦੀ ਆ ਸੁਣ ਸਾਖੀ ਮਨ ਜਾ ਪਿਆਰ ਆ। ਮੈਂ ਤੈਨੂੰ ਸਾਖੀਆਂ ਸੁਣਾਵਾਂ। ਜੇ ਸਿੱਧੇ ਅਰਥ ਕਰੀਏ ਤੇ ਭਾਵੇਂ ਅਸੀਂ ਅੱਜ ਨੂੰ ਇਹ ਸਾਰੀ ਪੋਥੀ ਪੂਰੀ ਕਰ ਲੈਂਦੇ, ਪਰ ਆਪਾਂ ਇਹ 'ਚੋਂ ਕੋਈ ਤੱਤ ਨਿਚੋੜ ਕੱਢੀਏ ਵੀ ਅਸੀਂ ਕਾਹਦੇ ਵਾਸਤੇ ਸਾਰੀ ਕਥਾ ਕਰਦੇ ਹਾਂ। ਤਾਂ ਪ੍ਰੀਤਮ ਬਾਣੀ ਵਿੱਚ ਕਹਿੰਦੇ ਹਨ, ਮਨ ਨੂੰ ਸੰਬੋਧਨ ਕਰਕੇ ਸੁਣ ਸਾਖੀ ਮਨ ਜਾ ਪਿਆਰ, ਅਜਾਮਲ ਉਧਰਿਆ ਕਹਿ ਏਕ ਵਾਰ, ਗਣਕਾ ਉਧਰੀ ਹਰ ਕਹੇ ਤੋਤ, ਮਨ ਸਿਮਰ ਤੂੰ ਹੋਹੇ ਮੋਖ। ਇਹ ਕਥਾ ਸੁਣਨ ਦੇ ਨਾਲ ਸਾਡੇ ਅੰਦਰ ਬਰੀਕ ਕਣੀ ਦਾ ਮੀਂਹ ਪੈਂਦਾ ਹੈ, ਜਿਹੜੀ ਸਾਡੇ ਦਿਲ ਵਿੱਚ ਵਸਦੀ ਤੁਰੀ ਜਾਂਦੀ ਹੈ, ਸਾਡਾ ਮਾਰਗ ਦਰਸ਼ਨ ਕਰਦੀ ਹੈ। ਇਸੇ ਕਰਕੇ ਗੁਰਬਾਣੀ ਦੇ ਨਾਲ, ਇਤਿਹਾਸ ਦੇ ਨਾਲ ਹੋਰ ਵੀ ਉਦਾਹਰਨਾਂ ਜੋੜੀਆਂ ਜਾਂਦੀਆਂ ਤਾਂ ਕਿ ਸਾਨੂੰ ਸਮਝ ਆ ਜਾਵੇ ਕਿ ਅਸੀਂ ਸਮੇਂ ਨਾਲ ਗੁਰੂ ਵਾਲੇ ਬਣ ਕੇ
ਐਸੇ ਮਨੁੱਖਾ ਜਨਮ ਦੇ ਵਿੱਚ ਹੀ ਮੁਕਤ ਹੋਈਏ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁੜ ਨਾ ਫੇਰਾ ਹੋਈ, ਮੁੜ ਕੇ ਦੁਬਾਰਾ ਨਾ ਮੈਨੂੰ ਆਉਣਾ ਪਵੇ। ਅਬ ਕੀ ਬਾਰ ਬਖਸ਼ ਬੰਦੇ ਕੋ, ਦੁਬਾਰਾ ਨਾ ਆਉਣਾ ਪਵੇ। ਇਹ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਹਾ ਮਿਲ, ਸਾਧ ਸੰਗਤ ਭਜ ਕੇਵਲ ਨਾਮ ਦੇ ਮਹਾਵਾਕ ਅਨੁਸਾਰ ਸਾਡਾ ਮਾਨਸ ਜਾਮਾ ਜਿਸ ਕੰਮ ਲਈ ਮਿਲਿਆ, ਇਹ ਕੰਮ ਵੀ ਜ਼ਰੂਰੀ ਹੈ। ਭਾਵੇਂ ਕਿ ਸੰਸਾਰ ਦੇ ਸਾਰੇ ਕੰਮ ਕਰਨੇ ਜ਼ਰੂਰੀ ਆ, ਤੇ ਜਿਸ ਵੇਲੇ ਲੜਕੀ ਦਾ ਵਿਆਹ ਧਰਿਆ ਹੋਵੇ ਤੇ ਉਸ ਵੇਲੇ ਸਾਰੇ ਕੰਮਾਂ ਦਾ ਖਿਆਲ ਛੱਡ ਕੇ ਸਾਰਾ ਧਿਆਨ ਉਹ 'ਚ ਦੇਣਾ ਪੈਂਦਾ। ਫਿਰ ਵਿਆਹ ਦੇ ਵਿੱਚ ਬੀ ਦਾ ਲੇਖਾ ਨਹੀਂ ਕੀਤਾ ਜਾਂਦਾ, ਮੁਹਾਵਰਾ ਹੈ। ਭਾਵ ਵਿਆਹ ਦੇ ਵਿੱਚ ਵਿਆਹ ਨੂੰ ਜ਼ਰੂਰੀ ਹੈ, ਕਿਉਂਕਿ ਇੱਕ ਲੜਕੀ ਨੂੰ ਜਿਸ ਤਰ੍ਹਾਂ ਵਿਆਹ ਕਰਕੇ ਉਹਨੂੰ ਉਹਦੇ ਪਤੀ ਨਾਲ ਮਿਲਾਉਣਾ ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਸਾਡੀ ਆਤਮਾ ਨੂੰ ਗੁਰੂ ਵਿਚੋਲੇ ਰਾਹੀਂ ਪਰਮਾਤਮਾ ਨਾਲ ਮਿਲਾਉਣਾ ਜ਼ਰੂਰੀ ਹੈ। ਇਹ ਆਪਣਾ ਫਰਜ਼ ਬਣਦਾ ਜ਼ਰੂਰੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ, ਕਥਾ ਸੁਣਿਆ ਕਰੋ, ਅਵਤਾਰਾਂ ਦਾ ਇਤਿਹਾਸ ਸੁਣਿਆ ਕਰੋ, ਗੁਰਬਾਣੀ ਦੀ ਕਥਾ ਸੁਣਿਆ ਕਰੋ। ਸਤਿਗੁਰ ਦਾਸ ਜਿਮ ਕਰੇ ਬਿਲਾਸ, ਜਿਵੇਂ ਗੁਰੂਆਂ ਨੇ ਕੌਤਕ ਕੀਤੇ ਉਹ ਸਾਖੀਆਂ ਸੁਣਿਆ ਕਰੋ। ਅਤੇ ਸਾਖੀਆਂ ਸੁਣਨ ਦੇ ਨਾਲ ਸਾਨੂੰ ਕੁਝ ਸੋਝੀ ਆਵੇਗੀ, ਕੀ ਕਰਨਾ ਜ਼ਿੰਦਗੀ ਵਿੱਚ, ਕੀ ਨਹੀਂ ਕਰਨਾ ਜੀ। ਬਾਹਰ ਬ੍ਰਹਮ ਕਾ ਨਿਰਣੈ ਜਹਾਂ, ਸੂਖਮ ਬੁੱਧ ਕਰ ਸੁਣੀ ਹੈ ਤਹਾਂ। ਹੁਣ ਸਾਖੀਆਂ ਸੁਣ ਸੁਣ ਕੇ ਸਾਨੂੰ ਕਥਾ ਸੁਣਦਿਆਂ ਨੂੰ ਵੀ ਕਈ ਸਾਲ ਕਈਆਂ ਨੂੰ ਬਤੀਤ ਹੋ ਗਏ। ਰੋਜ਼ ਕਥਾ ਸੁਣਦੇ ਆਪਾਂ, ਮੈਥੋਂ ਪਹਿਲਾਂ ਵੀ ਇੱਥੇ ਕਥਾ ਚੱਲਦੀ ਸੀ, ਬਾਹਰ 'ਚ ਵੀ ਚੱਲਦੀ ਰਹਿਣੀ ਹੈ। ਤੁਹਾਡੇ ਸੁਣਨ ਤੋਂ ਪਹਿਲਾਂ ਬਹੁਤ ਆ ਕੇ ਸੁਣ ਕੇ ਗਏ। ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰ ਅਵਰ ਨਾ ਕੋਈ। ਪਰ ਇਹ ਕਥਾ ਸੁਣ ਕੇ ਕਰਨਾ ਕੀ ਆ? ਹੁਣ ਇਹ ਥੋੜ੍ਹਾ ਵੀ ਇੱਕੋ ਕਲਾਸ 'ਚ ਹੀ ਬੈਠੇ ਰਹਿਣਾ, ਕਲਾਸ ਬਦਲਣੀ ਚਾਹੀਦੀ ਹੈ, ਗੁਰੂ ਵਾਲੇ ਬਣਨਾ ਚਾਹੀਦਾ। ਹੁਣ ਅਗਲੀ ਕਲਾਸ ਕਿਹੜੀ ਹੈ? ਬਹੁਰ ਬ੍ਰਹਮ ਕੋ ਨਿਰਣੈ ਜਹਾਂ, ਜਿੱਥੇ ਸੱਚ ਤੇ ਝੂਠ ਦਾ ਨਿਰਣਾ ਹੁੰਦਾ, ਜਿੱਥੇ ਬ੍ਰਹਮ ਦੇ ਬਾਰੇ ਜਾਣਕਾਰੀ ਮਿਲਦੀ ਹੈ, ਜਿੱਥੇ ਪਰਮੇਸ਼ਰ ਦੇ ਮਿਲਾਪ ਦੀ ਗੱਲ ਵੀ ਸਮਝਾਈ ਜਾਂਦੀ ਆ, ਜਿੱਥੇ ਨਿਜ ਸਰੂਪ ਨਾਲ ਜੁੜਨ ਵਾਸਤੇ ਇਸ ਵਿਸ਼ੇ 'ਤੇ ਵੀ ਬੋਲਿਆ ਜਾਂਦਾ, ਉੱਥੇ ਬੈਠ ਕੇ ਸੂਖਮ ਬੁੱਧੀ ਦੇ ਨਾਲ, ਬਰੀਕ ਬੁੱਧੀ ਨਾਲ, ਇਹਨੂੰ ਹੋਰ ਬਰੀਕ ਕਰੋ, ਬਰੀਕ ਬੁੱਧੀ ਦੇ ਨਾਲ ਬ੍ਰਹਮ ਕੀ ਹੈ, ਮੈਂ ਕੀ ਹਾਂ, ਮੈਂ ਤੇ ਬ੍ਰਹਮ ਦੋਨੇ ਇਕੱਠੇ ਕਿਵੇਂ ਹੋ ਸਕਦੇ ਆ, ਇਸ ਪਾਸੇ ਵੀ ਚੱਲਣਾ ਹੈ। ਸੁਣ ਸੁਣ ਅੰਧੇ ਪਾਵੇ ਰਾਹ, ਜਿਸ ਮਾਰਗ ਦੀ ਆਪਾਂ ਰੋਜ਼ ਗੱਲ ਕਰਦੇ ਹਾਂ, ਨਾਲ ਨਾਲ ਸਿਮਰਨ ਦੀ ਗੱਲ ਵੀ ਕਰਦੇ ਹਾਂ, ਨਿਜ ਸਰੂਪ ਨਾਲ ਜੁੜਨ ਦੀ ਗੱਲ ਵੀ ਕਰਦੇ ਹਾਂ, ਜਿਸ ਦੇ ਪ੍ਰਥਾਏ ਸਤਿਗੁਰਾਂ ਨੇ ਬਾਣੀ ਵਿੱਚ ਰੱਖਿਆ ਹੈ। 10ਵੇਂ ਪਾਤਸ਼ਾਹ ਜੀ ਨੇ ਮਾਤਾ ਜੀਤੋ ਜੀ ਨੂੰ ਇਹ ਗਿਆਨ ਦਿੱਤਾ ਸੀ। ਜਦ ਉਹਨਾਂ ਨੇ ਪੁੱਛਿਆ, ਇੱਕ ਦਿਨ ਘਰੇ ਬੈਠੇ ਹਨ, 10ਵੇਂ ਪ੍ਰੀਤਮ ਘਰੇ ਆਏ ਤੇ ਪਲੰਘੇ ਤੇ ਬੈਠੇ ਆ, ਕਿਸੇ ਸੋਚ ਵਿੱਚ। ਪਾਤਸ਼ਾਹ ਪੁੱਛਦੇ ਆ, ਘਰ ਵਾਲਿਓ ਕੀ ਹਾਲ ਹੈ, ਕਿਵੇਂ ਬੈਠੇ ਹੋ? ਮਾਤਾ ਜੀਤੋ ਜੀ ਕਹਿਣ ਲੱਗੇ, ਪਾਤਸ਼ਾਹ ਜੀ ਅੱਜ ਨਾ ਤੁਹਾਨੂੰ ਮੈਂ ਪਤੀ ਨਹੀਂ ਗੁਰੂ ਮੰਨ ਕੇ ਗੱਲ ਪੁੱਛਦੀ ਹਾਂ। ਅੱਛਾ ਦੱਸੋ। ਮਹਾਰਾਜ ਤੁਸੀਂ ਸਾਰੀਆਂ ਸੰਗਤਾਂ ਨੂੰ ਉਤਾਰਦੇ ਹੋ, ਸਾਡੇ ਇਸਤਰੀਆਂ ਵਾਸਤੇ ਕੋਈ ਐਸਾ ਗਿਆਨ ਹੈ ਕਿ ਸਾਡੀ ਵੀ ਮੁਕਤੀ ਹੋਵੇ? ਤੇ ਗੁਰੂ ਸਾਹਿਬ ਨੂੰ ਜਦੋਂ ਕੋਈ ਇਹ ਗੱਲ ਪੁੱਛਦਾ ਨਾ, ਗੁਰੂ ਸਾਹਿਬ ਨੂੰ ਸਭ ਤੋਂ ਵੱਧ ਖੁਸ਼ੀ ਇਸੇ ਵਿਸ਼ੇ 'ਤੇ ਹੁੰਦੀ ਹੈ ਕਿ ਸ਼ੁਕਰ ਹੈ ਇਹਨੇ ਉਹ ਰਾਹ ਫੜਿਆ ਜਿਸ ਕੰਮ ਲਈ ਆਇਆ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਬੜੇ ਖੁਸ਼ ਹੋਏ, ਜੀਤੋ ਜੀ ਆਹ ਤਾਂ ਬੜੀ ਸਿਰੇ ਦੀ ਗੱਲ ਪੁੱਛੀ ਆ, ਤੁਸੀਂ ਪੁੱਛੀ ਆ ਤਾਂ ਮੈਂ ਦੱਸਾਂਗਾ। ਕਹਿਣ ਲੱਗੇ, ਅੱਜ ਤੁਹਾਨੂੰ ਇੱਕ ਦਰਗਾਹੀ ਗੱਲ ਦੱਸਦੇ ਹਾਂ। 100 ਸਾਖੀ ਵਿੱਚ ਸਾਖੀ ਲਿਖੀ ਹੋਈ ਮਿਲ ਗਈ ਆਪਾਂ ਨੂੰ, ਨਹੀਂ ਤਾਂ ਆਪਾਂ ਨੂੰ ਕਿਹਨੇ ਦੱਸਣਾ ਸੀਗਾ। ਸਤਿਗੁਰਾਂ ਨੇ ਆਪ ਹੀ ਇਹਨਾਂ ਸੂਖਮ ਗੱਲਾਂ ਨੂੰ ਇਤਿਹਾਸ ਵਿੱਚ, ਗੁਰਬਾਣੀ ਵਿੱਚ ਰੱਖਿਆ, ਸਾਡੇ ਵਾਸਤੇ ਹੀ ਰੱਖਿਆ। ਤੁਹਾਨੂੰ ਅਸੀਂ ਇੱਕ ਦਰਗਾਹੀ ਗੱਲ ਦੱਸਦੇ ਹਾਂ, ਤੁਸੀਂ ਉਹ ਸਿਮਰਨ ਕਰੋ। ਅਤੇ ਉਸ ਵੇਲੇ ਸਤਿਗੁਰਾਂ ਨੇ ਉਹਨਾਂ ਨੂੰ ਵਾਹਿਗੁਰੂ ਮੰਤਰ ਦਾ ਸਿਮਰਨ ਦਿੱਤਾ। ਔਰ ਇਕੱਲਾ ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਸਿਮਰਨ ਨਹੀਂ ਹੈ, ਜਿੰਨਾ ਚਿਰ ਸਾਡੇ ਕੰਨ ਅਤੇ ਸਾਡੀਆਂ ਅੱਖਾਂ ਵੀ ਉਹ ਸਿਮਰਨ 'ਤੇ ਲੱਗਦੀਆਂ ਨਹੀਂ। ਤ੍ਰਿਤੀਆ ਤੀਨੇ ਸਮ ਕਰ ਲਿਆਵੈ। ਤ੍ਰਿਤੀਆ ਕਬੀਰ ਸਾਹਿਬ ਦਾ ਵਚਨ ਹੈ, ਤਿੱਥਾਂ ਵਾਰਾਂ 'ਚ। ਤੀਜੀ ਤਿੱਥ ਵਿੱਚ ਕੀ ਕਹਿੰਦੇ ਹੈ ਕਿ ਤਿੰਨਾਂ ਨੂੰ ਬਰਾਬਰ ਕਰ ਲਓ, ਦੇਖਣਾ, ਸੁਣਨਾ ਅਤੇ ਬੋਲਣਾ, ਤਿੰਨਾਂ ਨੂੰ ਬਰਾਬਰ ਕਰ ਲਓ। ਤ੍ਰਿਤੀਆ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੇ। ਇਹ ਤਿੰਨੇ ਇਕੱਠੇ ਕਿੱਥੇ ਹੋਣਗੇ? ਇਹ 5 ਵੀ ਹੈ,
2 ਅੱਖਾਂ 2 ਕੰਨ ਤੇ 1 ਨਾਸ ਜੀਭਾ, ਇਹ 5 ਵੀ ਹੈ ਤੇ ਇਹ 3 ਵੀ ਹੈ, ਦੇਖਣਾ ਬੋਲਣਾ ਤੇ ਸੁਣਨਾ। ਕਹੋ ਸਤਨਾਮ। ਸ੍ਰੀ ਵਾਹਿਗੁਰੂ। ਪੰਚਾਂ ਕਾ ਗੁਰ ਏਕ ਧਿਆਨ, ਉਹਦੇ ਲਿਖਿਆ ਪੰਚਾਂ ਕਾ ਗੁਰ ਏਕ ਧਿਆਨ। ਹੁਣ ਆ ਪੰਜਾਂ ਨੂੰ ਕਿੱਥੇ ਇਕੱਠੇ ਕਰੀਏ? ਤਾਂ ਇਹਨਾਂ ਪੰਜਾਂ ਦੇ ਵਾਸਤੇ ਪੁਆਇੰਟ ਬਣਾਇਆ ਸਵਾਸ। ਕਹੋ ਸਤਨਾਮ। ਸ੍ਰੀ ਵਾਹਿਗੁਰੂ। ਮੂੰਹ ਨਾਲ ਵਾਹਿਗੁਰੂ ਉਚਾਰਨਾ, ਉਹਨੂੰ ਕੰਨਾਂ ਨਾਲ ਸੁਣਨਾ ਤੇ ਆਪਣੀਆਂ ਅੱਖਾਂ ਦਾ ਧਿਆਨ ਜਿਹੜਾ ਥੱਲੇ ਕਰਦੇ ਹੋਏ ਸਵਾਸ ਤੇ ਲੈ ਕੇ ਜਾਣਾ। ਅੱਖ ਬੰਦ ਵੀ ਨਾ ਹੋਵੇ ਤੇ ਅੱਖ ਖੁੱਲੀ ਵੀ ਨਾ ਰਵੇ। ਇਹ ਪੁਆਇੰਟ ਹੈ ਸਿਮਰਨ ਦੇ। ਇੱਥੇ ਸਿਮਰਨ ਕਰਦੇ ਕਰਦੇ ਆਪਾਂ ਆਪਣੇ ਅੰਦਰ ਚਲੇ ਜਾਵਾਂਗੇ, ਜਿੱਥੇ ਬ੍ਰਹਮ ਦਾ ਨਿਰਣੈ ਕੀਤਾ ਜਾਂਦਾ, ਭਾਵ ਜਿੱਥੇ ਇਹ ਸੂਖਮ ਵਿਚਾਰਾਂ ਕੀਤੀਆਂ ਜਾਂਦੀਆਂ, ਕਥਾ ਕੀਰਤਨ ਵਿੱਚ ਹੀ ਕੀਤੀਆਂ ਜਾਂਦੀਆਂ, ਉੱਥੇ ਬੈਠ ਕੇ ਇਹਨਾਂ ਨੂੰ ਜ਼ਰੂਰ ਆਪਣੀ ਵੀ ਬਰੀਕ ਬੁੱਧੀ ਕਰਕੇ ਸੁਣਨਾ ਕਰੋ। ਸੁਣਨ ਵਾਲਾ ਵੀ ਬਰੀਕ ਬੁੱਧੀ ਵਾਲਾ ਹੋਵੇ ਤੇ ਸੁਣਾਉਣ ਵਾਲਾ ਵੀ ਜਰਾ ਪਿਆਰ ਦੇ ਨਾਲ ਖੋਲ੍ਹ ਕੇ ਸਮਝਾ ਦੇਵੇ ਤੇ ਗੱਲ ਸਮਝ ਆ ਜਾਂਦੀ ਆ। ਤੋ ਮਾਤਾ ਜੀਤੋ ਜੀ ਨੇ ਜਦੋਂ ਕਹਿੰਦੇ ਇਹ ਸਿਮਰਨ ਆਰੰਭ ਕੀਤਾ ਨਾ, ਤੇ ਸਿਮਰਨ ਕਰਦਿਆਂ ਕਰਦਿਆਂ 3 ਕੁ ਮਹੀਨੇ ਬਤੀਤ ਹੋਏ। ਆਪਣੇ ਸਵਾਸਾਂ ਤੇ ਵੇਖਦੇ ਹੋਏ 10 ਮਿੰਟ ਤੂੰ ਵੀ ਕਰਕੇ ਦੇਖ ਲਓ, ਆਪਾਂ ਵੀ ਸਾਰੇ। ਵਾਹਿਗੁਰੂ 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 ਵਾਹਿਗੁਰੂ। ਇੰਨਾ ਕੁ ਪਿਆਰ ਨਾਲ ਕਹੋ ਕਿ ਤੁਹਾਨੂੰ ਖੁਦ ਨੂੰ ਰਸ ਆਵੇ। ਦੂਜੇ ਦਾ ਧਿਆਨ ਨਹੀਂ ਧਰਨਾ, ਖੁਦ ਦਾ ਧਿਆਨ ਧਰਨਾ ਹੈ। ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਧਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹਵੈਬੋ ਤ੍ਰੈ ਗੁਣ ਅਤੀਤ ਕਾਮ ਕ੍ਰੋਧ ਅਹੰਕਾਰ ਲੋਭ ਹਟ ਮੋਹ ਨ ਮਨ ਸੋ ਲਿਆਵੈ ਤਬ ਹੀ ਆਤਮ ਤਤ ਕੋ ਦਰਸ ਹੈ। ਪਰਮਾਤਮਾ ਆਤਮਾ ਇੱਕੋ ਹੀ ਆ। ਤੁਸੀਂ ਆਪਣੀ ਆਤਮਾ ਸਾਹਮਣੇ ਖੜਾ ਸਕਦੇ ਹੋ ਕੱਢ ਕੇ। ਤੁਹਾਡੇ ਵਰਗਾ ਦੂਜਾ ਸਰੂਪ ਤੁਹਾਡੇ ਸਾਹਮਣੇ ਆ ਜਾਊਗਾ ਜੇ ਤੁਹਾਡਾ ਪਿਆਰ ਹੋਇਆ ਤਾਂ। ਉਹ ਸੂਖਮ ਸਰੀਰ ਹੈ ਜਿਹੜਾ, ਉਹਨੂੰ ਸੂਖਮਤਾ ਨਾਲ ਹੀ ਸਮਝਿਆ ਜਾਊਗਾ, ਗਿਆਨ ਦੇ ਨਾਲ ਹੀ ਸਮਝਿਆ ਜਾਊਗਾ। ਜਦੋਂ ਉਹ ਸਾਹਮਣੇ ਆ ਗਿਆ ਤੇ ਫਿਰ ਉਹ ਤੋਂ ਜੋ ਮਰਜ਼ੀ ਕਰਾਇਓ ਸਾਰੇ ਕਾਰਜ ਕਰਦਾ। ਫਿਰ ਜਦੋਂ ਆਤਮਾ ਜਾਗਰਤ ਹੋ ਗਈ, ਜਿਵੇਂ ਧੰਨੇ ਦੀ ਹੋਈ, ਜਿਵੇਂ ਕਬੀਰ ਸਾਹਿਬ ਦੀ ਹੋਈ, ਭਗਤਾਂ ਦੀ ਹੋਈ, ਜਦੋਂ ਇਹ ਆਤਮਾ ਜਾਗ ਪਈ ਨਾ, ਫਿਰ ਇਹਦੇ ਵਿੱਚ ਬੇਅੰਤ ਸ਼ਕਤੀ ਆ ਜਾਂਦੀ ਆ ਮਨੁੱਖ ਦੇ ਵਿੱਚ। ਫਿਰ ਉਹ ਸ਼ਕਤੀ ਨੂੰ ਗੁਰੂ ਦੀ ਕਿਰਪਾ ਨਾਲ ਹੀ ਕੰਟਰੋਲ ਵੀ ਕਰਕੇ ਰੱਖਣਾ, ਭੜਕਣਾ ਨਹੀਂ। ਇਹ ਗੁਰੂ ਦਾ ਇਸੇ ਕਰਕੇ ਗੁਰੂ ਦੀ ਲੋੜ ਪੈਂਦੀ ਆ ਕਿ ਸਮੇਂ ਸਮੇਂ 'ਤੇ ਗੁਰੂ ਮਾਰਗ ਦਰਸ਼ਨ ਵੀ ਕਰਦਾ ਹੈ, ਤਾਂ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਆ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਮਾਤਾ ਜੀਤੋ ਜੀ ਨੇ 3 ਮਹੀਨੇ ਸਿਮਰਨ ਕੀਤਾ ਨਾ, ਉਦੋਂ ਕੋਈ ਜੰਗ ਨਹੀਂ ਸੀ, ਕੋਈ ਐਸੀ ਗੱਲਬਾਤ ਨਹੀਂ ਸੀ। ਜਿਸ ਵੇਲੇ ਸਿਮਰਨ ਉਹਨਾਂ ਨੂੰ ਦਿੱਤਾ ਪਾਤਸ਼ਾਹ ਜੀ ਨੇ, 3 ਮਹੀਨਿਆਂ ਬਾਅਦ ਉਹਨਾਂ ਨੂੰ ਸੁਪਨੇ ਵਾਂਗੂ ਫੀਲ ਹੋਇਆ ਵੀ ਜਿਵੇਂ ਜੰਗ ਲੱਗ ਗਈ, ਸਾਰਾ ਪਰਿਵਾਰ ਜਿਹੜਾ ਹੈ ਉਹ ਵਿਛੜ ਗਿਆ ਹੈ। ਸਾਹਿਬਜ਼ਾਦੇ ਕਿਧਰੇ, ਮਾਤਾ ਗੁਜਰੀ ਕਿਧਰੇ, ਗੁਰੂ ਸਾਹਿਬ ਕਿਧਰੇ। ਇਹ ਸਾਰੀ ਚੀਜ਼ ਉਹਨਾਂ ਨੇ ਇੱਕ ਫਿਲਮ ਵਾਂਗੂ ਸੁਪਨੇ ਵਿੱਚ ਦੇਖ ਲਈ। ਤੇ ਤੜਕੇ ਉੱਠ ਕੇ ਪਾਤਸ਼ਾਹ ਜੀ ਨੂੰ ਪੁੱਛਦੇ ਆ, ਮਹਾਰਾਜ ਰਾਤ ਮੈਨੂੰ ਇੱਦਾਂ ਦਾ ਸੁਪਨਾ ਆਇਆ ਕਿ ਅਨੁਭਵ ਹੋਇਆ, ਇਹ ਠੀਕ ਹੈ ਕਿ ਸੱਚ ਹੈ? ਕਿਉਂਕਿ ਗੁਰੂ ਦੀ ਲੋੜ ਹੈ। ਸਮੇਂ ਸਮੇਂ 'ਤੇ ਇਹੋ ਜਿਹੀਆਂ ਗੱਲਾਂ ਪੁੱਛ ਵੀ ਲੈਣੀਆਂ ਚਾਹੀਦੀਆਂ, ਗੁਰਬਾਣੀ ਦੇ ਵਿੱਚੋਂ ਗੁਰਬਾਣੀ ਸਮਝ ਵੀ ਲੈਣੀ ਚਾਹੀਦੀ ਆ, ਜਾਂ ਕੋਈ ਜਾਣਕਾਰ ਹੋਵੇ ਗੱਲ ਸਾਂਝੀ ਵੀ ਕਰ ਲੈਣੀ ਚਾਹੀਦੀ ਹੈ। ਜਿਸ ਵੇਲੇ ਪਾਤਸ਼ਾਹ ਜੀ ਨੇ ਪੁੱਛਿਆ ਮਹਾਰਾਜ ਜੀ ਨੂੰ, ਪਾਤਸ਼ਾਹ ਜੀ ਨੂੰ, ਮਾਤਾ ਜੀ ਨੇ, ਬਈ ਰਾਤ ਮੈਂ ਇੱਦਾਂ ਦੇਖਿਆ ਵੀ ਆਪਣੇ ਸਾਰਾ ਪਰਿਵਾਰ ਹੀ ਖਿੰਡ ਪੁੰਡ ਗਿਆ, ਕੋਈ ਕਿਧਰੇ ਕੋਈ ਕਿਧਰੇ ਕੋਈ ਕਿਧਰੇ, ਮੈਂ ਵਿੱਚ ਹੈ ਹੀ ਨਹੀਂ। ਤੁਸੀਂ ਕਿਧਰੇ, 2 ਸਾਹਿਬਜ਼ਾਦੇ ਕਿਧਰੇ, 2 ਕਿਧਰੇ, ਸਾਰੇ ਮੈਨੂੰ ਸੀਨ ਜੇ ਵਿਖੇ। ਤਾਂ ਪਾਤਸ਼ਾਹ ਜੀ ਕਹਿੰਦੇ, ਜੀਤੋ ਜੀ ਇਹ ਸੱਚ ਹੈ, ਇੱਦਾਂ ਹੀ ਹੋਣਾ, ਇਹ ਇੱਦਾਂ ਹੀ ਹੋਣਾ। ਤੇ ਮਾਤਾ ਜੀਤੋ ਜੀ ਕਹਿੰਦੀ, ਮਹਾਰਾਜ ਮੈਨੂੰ ਇਹ ਚੀਜ਼ਾਂ ਪਹਿਲੇ ਵਿਖਾਤੀਆਂ ਤੇ ਮੈਂ ਤਾਂ ਇੱਦਾਂ ਵੇਖ ਨਹੀਂ ਸਕਦੀ ਪਰਿਵਾਰ ਦਾ ਵਿਛੋੜਾ। ਸਤਿਗੁਰੂ ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਫਿਰ ਜੀਤੋ ਜੀ ਪਹਿਲਾਂ ਵਗ ਜਾਓ, ਅਸੀਂ ਤਾਂ ਵੇਖ ਕੇ ਆਵਾਂਗੇ। ਹੁਣ ਕਹੋ ਸਤਿਨਾਮ। ਇਹ ਸਾਰੀਆਂ ਘਟਨਾਵਾਂ ਘਟਣੀਆਂ। ਸਿੱਖ ਨੂੰ ਪਹਿਲਾਂ ਕਿਉਂ ਦਿਖਾ ਦਿੰਦਾ ਹੈ ਕਿ ਜਦੋਂ ਘਟਨਾ ਘਟੇ ਇਹ ਡੋਲੇ ਨਾ, ਇਹ ਤਕੜਾ ਰਹੇ। ਕਹੋ ਸਤਿਨਾਮ। ਇਸ ਕਰਕੇ ਵਿਖਾਉਂਦੇ ਆ ਪਹਿਲਾਂ ਪਰਮੇਸ਼ਰ, ਮਨਮੁਖ ਨੂੰ ਨਹੀਂ ਵਿਖਾਉਂਦੇ।
ਉਹਨੂੰ ਵਿਖਾਉਣ ਦੀ ਲੋੜ ਹੀ ਨਹੀਂ, ਹੁਣ ਤਾਂ ਐਨ ਮੌਕੇ 'ਤੇ ਸੰਗੀ ਘੁੱਟਦੇ ਆ, ਕਹੋ ਸਤਨਾਮ ਵੀ ਆ ਜਾ, ਤੇਰਾ ਟਾਈਮ ਹੋ ਗਿਆ, ਚੱਲੀਏ। ਔਰ ਗੁਰਮੁਖਾਂ ਨੂੰ ਜਿਹੜੀਆਂ ਮੌਤ ਦਾ ਵੀ ਪਹਿਲਾਂ ਪਤਾ ਲੱਗ ਜਾਂਦਾ ਵੀ ਇੰਨੇ ਸਮੇਂ ਬਾਅਦ ਮੇਰੇ ਸਵਾਸ ਖਤਮ ਹੈ। ਇਸੇ ਕਰਕੇ ਪਰਮੇਸ਼ਰ ਦਿਖਾਉਂਦੇ ਆ ਆਪਣੇ ਪਿਆਰਿਆਂ ਨੂੰ ਤਾਂ ਕਿ ਇਹ ਤਕੜੇ ਹੋ ਜਾਣ ਉਸ ਸਮੇਂ ਨੂੰ ਸੰਭਾਲਣ ਵਾਸਤੇ, ਜਦੋਂ ਸਮਾਂ ਆਵੇ ਤੇ ਡੋਲਣ ਨਾ। ਭਗਤ ਪ੍ਰਹਿਲਾਦ ਨੂੰ ਜਿਸ ਵੇਲੇ ਗੁਰੂ ਪਿਆਰਿਓ ਹਰਨਾਕਸ਼ ਨੇ ਕਿਹਾ ਕਿੱਥੇ ਹੈ ਤੇਰਾ ਹਰੀ ਬਚਾਉਣ ਵਾਲਾ, ਮੈਂ ਦੇਖਦਾ, ਉਹ ਕਹਿੰਦਾ ਹਰ ਥਾਂ 'ਤੇ ਹੀ ਹੈ, ਹਰ ਥਾਂ 'ਤੇ ਹੈ। ਇੱਕ ਪਿੱਲਰ ਮੁਲਤਾਨ ਦੇ ਵਿੱਚ ਸੀਗਾ, ਉਹ ਕਹਿੰਦੇ ਇਹ ਪਿੱਲਰ ਨੂੰ ਕਹਿੰਦੇ ਗਰਮ ਕੀਤਾ ਹੋਇਆ ਲਾਲ ਹੈ, ਪਾ ਇਹਨੂੰ ਜੱਫੀ, ਤੇਰਾ ਹਰੀ ਇੱਥੇ ਵੀ ਹੈ, ਕਹਿੰਦੇ ਇੱਥੇ ਵੀ ਹੈ। ਬੜੇ ਦ੍ਰਿੜ ਮੂੰਹ ਦੇ ਨਾਲ ਕਿਹਾ, ਜਦੋਂ ਦ੍ਰਿੜਤਾ ਨਾਲ ਕਿਹਾ ਤੇ ਨਾਲ ਹੀ ਉਹ ਪਿੱਲਰ ਦੇ ਵੱਲ ਵੀ ਚੱਲਿਆ। ਪਰ ਪਰਮੇਸ਼ਰ ਨੇ ਵੇਖਿਆ ਬੱਚਾ ਡੋਲ ਨਾ ਜਾਵੇ ਕਿਤੇ, ਨੇੜੇ ਆ ਕੇ ਤੇ ਉਹਨੂੰ ਪਿੱਲਰ ਉੱਤੇ ਕੀੜੀ ਜਿਉਂਦੀ ਤੁਰਦੀ ਦਿਖਾਈ ਦਿੱਤੀ। ਕੋ ਸਤਨਾਮ, ਉਹਨੇ ਜਾ ਕੇ ਜੱਫਾ ਪਾ ਲਿਆ। ਜਾਂ ਜੱਫਾ ਪਾਇਆ ਤੇ ਹਰਨਾਕਸ਼ ਨੇ ਗੁੱਸੇ ਵਿੱਚ ਆ ਕੇ ਉਹਦੇ ਤਲਵਾਰ ਮਾਰੀ ਪਿੱਲਰ ਦੀ, ਤੇ ਪਿੱਲਰ ਐਦਾਂ ਫਟ ਗਿਆ। ਫਿਰ ਵਿੱਚੋਂ ਨਰ ਸਿੰਘ ਨਿਕਲਿਆ ਤੇ ਨਰ ਸਿੰਘ ਨੇ ਫਿਰ ਹਰਨਾਕਸ਼ ਨੂੰ ਖਤਮ ਕੀਤਾ ਤੇ ਪ੍ਰਹਿਲਾਦ ਦੀ ਰਕਸ਼ਾ ਕੀਤੀ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਇਹ ਚੀਜ਼ਾਂ ਪਰਮੇਸ਼ਰ ਦਿਖਾ ਦਿੰਦਾ ਵੀ ਇੱਦਾਂ ਹੋਣਾ। ਜਿਵੇਂ ਭਾਈ ਭਿਖਾਰੀ ਨੂੰ ਪਹਿਲੇ ਪਤਾ ਲੱਗ ਗਿਆ ਵੀ ਮੁੰਡੇ ਦਾ ਵਿਆਹ ਵੀ ਹੋਣਾ ਹੈ ਤੇ ਦੂਜੇ ਦਿਨ ਉਹਨੇ ਮਰ ਵੀ ਜਾਣਾ ਹੈ, ਇਸ ਕਰਕੇ ਉਹ ਤਕੜਾ ਹੋ ਗਿਆ, ਡੋਲਿਆ ਨਹੀਂ। ਕਹੋ ਸਤਨਾਮ। ਮਾਤਾ ਜੀ ਕਹਿਣ ਲੱਗੇ ਜੀ ਮੈਥੋਂ ਤਾਂ ਇਹ ਸੀਨ ਵੇਖੇ ਨਹੀਂ ਜਾਣੇ ਵਿਛੋੜੇ ਵਾਲੇ, ਤੇ ਪਾਤਸ਼ਾਹ ਕਹਿੰਦੇ ਤੁਸੀਂ ਪਹਿਲਾਂ ਚਲੇ ਜਾਓ, ਅਸੀਂ ਤਾਂ ਵੇਖ ਕੇ ਹੀ ਆਵਾਂਗੇ। ਦੇਖਣ ਆਇਓ ਜਗਤ ਤਮਾਸ਼ਾ ਮੈਂ ਹੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦਾ ਇਹ ਸਭ ਕੰਮ ਕਰਨ ਵੀ ਆਇਆ, ਦੇਖਣ ਵੀ ਆਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤੁਸੀਂ ਪਰਮੇਸ਼ਰ ਨਾਲ ਜੁੜਨਾ, ਜੋ ਮੁਝ ਕੋ ਪਰਮੇਸ਼ਰ ਉਚਰਿਆ ਤੇ ਨਾਲ ਨਰ ਕੁੰਡ ਮੈਂ ਪਰ ਹੈ। ਅਖੀਰ ਮਾਤਾ ਜੀਤੋ ਜੀ ਕਹਿੰਦੇ ਜੀ ਫਿਰ ਮੈਂ ਕੀ ਕਰਾਂ, ਕਹਿੰਦੇ ਸਿਮਰਨ ਤੇਜ਼ ਕਰਦੇ ਹੋ। ਤੇ 1 ਸਾਲ ਉਹਨਾਂ ਨੇ ਵਸਦੇ ਰਸਦੇ ਅਨੰਦਪੁਰ ਸਾਹਿਬ ਦੇ ਵਿੱਚ ਉਹ ਸਿਮਰਨ ਦਾ ਆਨੰਦ ਮਾਣਿਆ। ਤੇ ਇੱਕ ਦਿਨ ਉਹ ਸਿਮਰਨ ਕਰਦੇ ਕਰਦੇ ਤਾਲੂਏ ਰਾਹੀਂ ਬ੍ਰਹਮਰੁੰਦਰ ਨਾੜੀ ਇਹਦੇ ਵਿੱਚੋਂ ਰੂਹ ਨਿਕਲ ਜਾਂਦੀ ਹੈ। ਕਿਸੇ ਦੀ ਕੰਨਾਂ 'ਚੋਂ ਨਿਕਲਦੀ ਆ, ਕਿਸੇ ਦੀ ਮੂੰਹ 'ਚੋਂ ਨਿਕਲਦੀ ਆ, ਇਸਲੇ 9 ਦੁਆਰਿਆਂ 'ਚੋਂ ਨਿਕਲਦੀ ਆ, ਪਰ ਨਾਮ ਜਪਣ ਵਾਲੇ 10ਵੇਂ ਦੁਆਰ 'ਚੋਂ ਨਿਕਲਦੇ ਆ। ਕੋ ਸਤਨਾਮ ਸ੍ਰੀ ਗੁਰੂ ਕਿਰਪਾ ਕਰਨ। ਖੈਰ ਜਿੱਥੇ ਬ੍ਰਹਮ ਦਾ ਨਿਰਣਾ ਹੁੰਦਾ ਹੈ ਉੱਥੇ ਬੈਠ ਕਰਕੇ ਸਾਰੇ ਪਾਸਿਓਂ ਫੁਰਨੇ ਇਕੱਠੇ ਕਰਕੇ ਬੰਦ ਕਰਕੇ ਸੂਖਮਤਾ ਦੇ ਨਾਲ ਇਹ ਗੱਲ ਸਮਝਣੀ ਚਾਹੀਦੀ ਹੈ। ਕਥਾ ਕੀਰਤਨ ਸੁਣਨ ਦਾ ਇਹ ਮਕਸਦ ਹੈ ਜਿਸ ਕੰਮ ਲਈ ਆਪਾਂ ਰੋਜ਼ ਆਉਣੇ ਆ। ਹੁਣ ਇਸ 'ਤੇ ਧਿਆਨ ਦੇਣਾ ਸ਼ੁਰੂ ਕਰੋ ਵੀ ਕਰਨਾ ਕੀ ਆ। ਆਪਾਂ ਜਿਵੇਂ ਹੁਣੇ ਸਿਮਰਨ ਕੀਤਾ, ਘਰ ਦੇ ਕਿਸੇ ਖੂੰਜੇ 'ਚ ਬਹਿ ਕੇ ਤੜਕੇ ਜਦੋਂ ਕੋਈ ਉੱਠਿਆ ਨਾ ਹੋਵੇ ਘਰ ਦਾ, ਹੱਥ ਮੂੰਹ ਧੋ ਕੇ ਬਹਿ ਜਾਓ ਭਾਵੇਂ ਖੂੰਜੇ ਵਿੱਚ, ਉਦੋਂ ਬਾਅਦ ਉੱਠ ਖੜੋ, ਇਸ਼ਨਾਨ ਕਰ ਲਓ। ਜੇ ਇਸ਼ਨਾਨ ਕਰ ਸਕਦੇ ਹੋ ਤਾਂ ਇਸ ਢੰਗ ਨਾਲ ਕਰੋ ਬਈ ਖੜਕੇ ਨਾਲ ਦੂਜੇ ਨਾ ਜਾਗਣ, ਡਿਸਟਰਬ ਨਾ ਹੋਵੇ ਘਰ ਦਾ ਕੋਈ। ਜੋ ਡਿਸਟਰਬ ਕਰਤੇ ਮੁੜ ਕੇ ਬਹਿਣ ਲਾ ਦੇਣਾ ਵੀ ਤੂੰ ਸੁਨੇਹਾ ਨਾ ਉੱਠਿਆ ਕਰ, ਸਾਨੂੰ ਸੌਣ ਨਹੀਂ ਦਿੰਦਾ, ਆਪ ਸੌਂਦਾ ਨਹੀਂ। ਕਹੋ ਸਤਿਨਾਮ। ਇਸ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਦੇਖੋ ਇਹ ਸਾਰਾ ਬਣਾਇਆ ਸਾਡੇ ਵਾਸਤੇ ਚੌਥੇ ਪਾਤਸ਼ਾਹ ਜੀ ਨੇ ਸ਼ਬਦ ਬਾਣੀ 'ਚ। ਉੱਠਣ ਸਾਰ ਸਿਮਰਨ 'ਚ ਬਹਿ ਜਾਓ, ਭਾਵੇਂ ਹੱਥ ਮੂੰਹ ਧੋ ਕੇ ਬਹਿ ਜਾਓ। ਪਰ ਜੇ ਨਾ ਸਕਦੇ ਤਾਂ ਚੰਗੀ ਗੱਲ ਹੈ, ਮੈਂ ਕੱਟਦਾ ਨਹੀਂ ਇਸ ਗੱਲ ਨੂੰ, ਪਰ ਬਾਲਟੀ ਖੜਕੇ ਨਾ, ਰੌਲਾ ਨਾ ਪਵੇ, ਦੂਜਾ ਪਰਿਵਾਰ ਨਾ ਉੱਠੇ। ਜਿਹਨੇ ਜਪਣਾ ਉਹੀ ਉੱਠੇ, ਭਾਵੇਂ ਘਰ ਦੇ 2 ਉੱਠਣ 4 ਉੱਠਣ, ਪਰ ਨਾਮ ਜਪਣ ਵਾਲੇ ਉੱਠਣ। ਦੂਜੇ ਸੌਂ ਲੈਣ ਆਰਾਮ ਨਾਲ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲਾਂਬੈ ਗੋੜ ਪਸਾਰ। ਸੌਣਾ ਤਾਂ ਫਿਰ ਇੱਕ ਦਿਨ ਐਸਾ ਹੈ ਤੇ ਮੁੜ ਕੇ ਕਿਸੇ ਨੇ ਠਾ ਹੀ ਨਹੀਂ ਸਕਣਾ, ਇਸੇ ਲੰਬੇ ਪਵਾਂਗੇ। ਇਸ ਕਰਕੇ ਉੱਠੀਏ ਤੇ ਉੱਠ ਕੇ ਘਰ ਦੇ ਕਿਸੇ ਖੂੰਜੇ ਵਿੱਚ ਪੱਕਾ ਥਾਂ ਬਣਾ ਲਓ, ਰੋਜ਼ਾਨਾ ਉੱਥੇ ਹੀ ਬਹਿਣਾ। ਇੱਕੋ ਥਾਂ 'ਤੇ ਰੋਜ਼ਾਨਾ ਬੈਠਣ ਦੇ ਨਾਲ ਉਹ ਜਗ੍ਹਾ ਚਾਰਜ ਹੋ ਜਾਂਦੀ ਹੈ। ਜਦੋਂ ਤੁਸੀਂ ਦੁਬਾਰੇ ਜਾ ਕੇ ਉੱਥੇ ਆਪਣੀ ਆਸਣ 'ਤੇ ਬੈਠੋਗੇ, ਗਰਮੀਆਂ ਵਿੱਚ ਖੇਸ ਲੈ ਲਓ, ਉਹ ਠੰਡੇ ਹੁੰਦੇ ਆ, ਸੂਤੀ ਕੱਪੜੇ। ਸਰਦੀ ਵਿੱਚ ਕੰਬਲ ਦੀ ਤਹਿ ਮਾਰ ਲਓ, ਉਹਦੇ ਉੱਤੇ ਬੈਠੋ। ਧਰਤੀ ਤੋਂ 3 ਉਂਗਲਾਂ ਉੱਚੀ ਹੋ ਕੇ ਬੈਠੋ, 2 ਉਂਗਲਾਂ ਭਾਵ ਥੱਲੇ ਚਾਦਰ ਵਿਛਾ ਕੇ, ਕੱਪੜਾ ਵਿਛਾ ਕੇ, ਕੋਈ ਨੰਗੀ ਧਰਤੀ 'ਤੇ ਨਹੀਂ ਬੈਠੀਦਾ। ਤਾਂ ਉਸ ਆਸਣ ਨੂੰ ਸਿਮਰਨ ਕਰਨ ਤੋਂ ਬਾਅਦ ਝਾੜ ਕੇ ਇਕੱਠਾ ਕਰਕੇ ਤਹਿ ਮਾਰ ਕੇ ਰੱਖ ਦਿਓ, ਉਹਨੂੰ ਰੋਜ਼ਾਨਾ ਉੱਥੇ ਵਿਛਾਓ ਸਮੇਂ ਦੇ ਨਾਲ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਜਗ੍ਹਾ ਚਾਰਜ ਹੋ ਜਾਂਦੀ ਆ। ਜਿਹੜਾ ਖੂੰਜਾ, ਜਿਹੜਾ ਵੀ ਜਗ੍ਹਾ ਤੁਸੀਂ ਸੈੱਟ ਕੀਤੀ, ਤੇ ਉੱਥੇ ਬੈਠ ਕਰਕੇ ਜਦ ਸਿਮਰਨ ਕਰੋਗੇ, ਫਿਰ ਜਦੋਂ ਦੁਬਾਰਾ ਜਾ ਕੇ ਬੈਠੋਗੇ ਤੇ ਆਟੋਮੈਟਿਕ ਹੀ ਫਿਰ ਚੱਲ ਪੈਣਾ। ਹੌਲੀ ਹੌਲੀ ਰੰਗ ਲਾਗਤ 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 ਹੈ, ਪਾਉ ਭਾਗਤ 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 ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ,
ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ। ਇਸੇ ਤਰ੍ਹਾਂ ਹੀ ਲਾਗਣਾ ਲਾਗਣ ਨੀਕਾ ਹਰ ਗੁਰ ਚਰਨੀ ਮਨ ਲਾਗਣਾ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਇਸ ਕਰਕੇ ਅੱਗੇ ਅਖੀਰਲੀ ਪੰਕਤੀ 'ਚ ਕਹਿੰਦੇ ਕਹੋ ਨਾਨਕ ਤੇ ਸਭ ਕੁਛ ਨੀਕਾ। ਉਹਨਾਂ ਦਾ ਸਾਰਾ ਕੁਛ ਆਪੇ ਹੀ ਚੰਗਾ ਹੋ ਜਾਊਗਾ, ਕਿਉਂਕਿ ਲੈਣ ਫੜ ਲਈ ਨਾ। ਜੇ ਲੈਣ ਫੜ ਲਈ, ਜਿਵੇਂ ਸਾਈਕਲ ਚੱਲਦਾ ਉਹਦੀ ਚੈਨ ਆ, ਜਦੋਂ ਚੈਨ ਚੜ੍ਹੀ ਹੋਈ ਆ ਗਰਾਰੀ ਤੇ ਦੂਜੀਆਂ ਕੜੀਆਂ ਆਟੋਮੈਟਿਕ ਹੀ ਵਿੱਚ ਪਈ ਜਾਂਦੀਆਂ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਇਹ ਲੈਣ 'ਤੇ ਚੱਲ ਪਏ ਨਾ, ਬਾਕੀ ਸਾਰੇ ਆਪੇ ਸੈੱਟ ਹੋ ਜਾਣਗੇ ਕੰਮ। ਕਹੋ ਨਾਨਕ ਦੇ ਸਭ ਕੁਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਦਾ ਸਾਰਾ ਕੁਝ ਹੀ ਚੰਗਾ ਹੋ ਜਾਣਾ। ਤਾਂ ਤੇ ਇਸ ਬ੍ਰਹਮ ਦੇ ਬਾਰੇ ਵੀ ਆਪਾਂ ਥੋੜ੍ਹਾ ਗਿਆਨ ਨੂੰ ਦਿਮਾਗ ਵਿੱਚ ਰੱਖਣਾ ਸ਼ੁਰੂ ਕਰੀਏ ਜੀ। ਸ੍ਰੀ ਅੰਮ੍ਰਿਤਸਰ ਜਾਤਰਾ ਸ੍ਰੀ ਅੰਮ੍ਰਿਤਸਰ ਮੰਜਨ ਕਰੀਏ। ਜਨਮ ਜਨਮ ਕੇ ਅਗ ਪਰ ਹਰੀਏ। ਹੁਣ ਸਾਨੂੰ ਤੀਰਥਾਂ ਦੇ ਯਾਤਰਾ ਕਰਨ ਦਾ ਹੁਕਮ ਵੀ ਦਿੱਤਾ ਹੈ। ਗੁਰੂ ਘਰ ਜਾਣਾ, ਅਸੀਂ ਗੁਰਪੁਰਬਾਂ 'ਤੇ ਜਾਣਾ। ਪਰ ਹੁਣ ਤੁਸੀਂ ਇਹ ਸਵਾਲ ਖੜਾ ਕਰ ਦਿਓਗੇ ਵੀ ਰੋਜ਼ ਅੰਮ੍ਰਿਤਸਰ ਜਾ ਕੌਣ ਨਹਾਊਗਾ? ਜਦ ਇਸ਼ਨਾਨ ਕਰਦੇ ਹੋ ਧਿਆਨ ਗੁਰੂ ਰਾਮਦਾਸ ਦੇ ਚਰਨਾਂ ਦਾ ਰੱਖ ਲਓ। ਕੋਈ ਸਤਨਾਮ, ਧਿਆਨ ਗੁਰੂ ਦੇ ਚਰਨਾਂ ਰੱਖ ਲਓ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਘਰੇ ਬੈਠੇ ਤੁਸੀਂ, ਇੱਕ ਮੈਂ ਸੁਣਿਆ ਬਾਹਰਲੇ ਦੇਸ਼ ਵਿੱਚ ਅੰਗਰੇਜ਼ ਹੁੰਦੇ ਸਨ, ਬੜੇ ਪਿਆਰ ਵਾਲੇ ਗੁਰਸਿੱਖ ਬਣ ਗਏ ਉਹ, ਔਰ ਇਮਾਨਦਾਰ ਵੀ ਬਹੁਤ ਹੈ ਲੋਕ, ਔਰ ਬੜੀ ਇਮਾਨਦਾਰੀ ਨਾਲ ਸਿਮਰਨ ਕਰਨਾ ਸ਼ੁਰੂ ਕੀਤਾ ਉਹਨਾਂ ਨੇ। ਅਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਵੱਡਾ ਸਾਰਾ ਪੂਰੀ ਕੰਧ ਜਿੱਡਾ ਤਸਵੀਰ ਬਣਾ ਕੇ ਹਰਿਮੰਦਰ ਸਾਹਿਬ ਦੀ ਲਾਈ ਹੋਈ ਆ, ਔਰ ਉੱਥੇ ਬੈਠ ਕੇ ਸਿਮਰਨ ਕਰਦੇ ਆ। ਪਤਾ ਉਦੋਂ ਲੱਗਿਆ ਆਪਾਂ ਨੂੰ ਜਦੋਂ ਉੱਥੇ ਕੁਝ ਗੁਰਸਿੱਖ ਗਏ ਅਤੇ ਉਹ ਅੰਗਰੇਜ਼ ਉਹਨਾਂ ਨੂੰ ਆਪਣੇ ਘਰ ਲੈ ਗਏ। ਕਹੋ ਸਤਿਨਾਮ। ਘਰ ਲੈ ਗਏ ਅਤੇ ਘਰ ਲਿਜਾ ਕੇ ਉਸ ਕਮਰੇ ਦੇ ਵਿੱਚ ਲਿਜਾ ਕੇ ਬਿਠਾ ਦਿੱਤਾ ਜਿੱਥੇ ਬੈਠ ਕੇ ਉਹ ਪਰਿਵਾਰ ਸਿਮਰਨ ਕਰਦਾ ਸੀਗਾ। ਉਹ ਸੁੰਦਰਤਾ ਬੜੀ ਬਣਾਈ ਹੋਈ ਹੈ ਇਸੇ ਤਰ੍ਹਾਂ। ਅਤੇ ਉੱਥੇ ਬੈਠ ਕਰਕੇ ਉਹ ਵੀਰ ਜਲ ਪਾਣੀ ਛਕਾ ਕੇ ਫਿਰ ਪੁੱਛਦਾ ਵੀ ਇੱਥੇ ਬੈਠ ਕੇ ਕਿਵੇਂ ਲੱਗਦਾ? ਉਹ ਗੁਰਸਿੱਖ ਕਹਿਣ ਲੱਗੇ, ਆਪਣੇ ਪੰਜਾਬ ਦੇ ਲੋਕ ਕਹਿੰਦੇ ਵੀ ਐਂ ਲੱਗਦਾ ਜਿਵੇਂ ਹਰਿਮੰਦਰ ਸਾਹਿਬ ਬੈਠੇ ਹੋਈ ਹੈ, ਬੜੀ ਤਿਆਰੀ ਕੀਤੀ ਹੈ, ਬੜੀ ਸੁੰਦਰਤਾ ਬਣਾਈ ਆ। ਕਹਿੰਦੇ ਹਰਿਮੰਦਰ ਸਾਹਿਬ ਲੱਗਦਾ ਬੈਠੇ ਆ। ਅਸੀਂ ਜਦੋਂ ਸਿਮਰਨ ਵਿੱਚ ਬੈਠਦੇ ਆ ਨਾ ਇੱਥੇ, ਅਤੇ ਉਦੋਂ ਕਹਿੰਦੇ ਅਸੀਂ ਇੱਥੇ ਬੈਠੇ ਹਰਿਮੰਦਰ ਸਾਹਿਬ ਦਾ ਕੀਰਤਨ ਸੁਣਨ ਲੱਗ ਜਾਂਦੇ ਹਾਂ। ਕੋਈ ਸਤਿਨਾਮ। ਇੱਥੇ ਬੈਠੇ ਸਿਮਰਨ ਵਿੱਚ ਜਾ ਕੇ, TV ਲਾ ਕੇ ਨਹੀਂ, ਰੇੜੂਆ ਲਾ ਕੇ ਨਹੀਂ, ਧਿਆਨ ਦੇ ਨਾਲ। ਉਹ ਮਨੁੱਖ ਆਪਣੇ ਗੁਰਸਿੱਖ ਬੜੇ ਹੈਰਾਨ ਹੋਏ ਵੀ ਇੱਦਾਂ ਹੋ ਸਕਦਾ। ਗੁਰਬਾਣੀ ਨੇ ਕੀਤਾ, ਗੁਰੂਆਂ ਨੇ ਕੀਤਾ, ਭਗਤਾਂ ਨੇ, ਰਿਸ਼ੀਆਂ ਮੁਨੀਆਂ ਨੇ। ਦੂਰ ਬੈਠੇ ਦੂਰ ਕੀ ਹੋ ਰਿਹਾ ਸਭ ਜਾਣ ਲਿਆ, ਪਰ ਇਹ ਸਾਰੀ ਭਗਤੀ ਦੀ ਕਰਾਮਾਤ ਹੈ। ਕਹੋ ਸਤਿਨਾਮ। ਪ੍ਰੇਮਾ ਭਗਤੀ ਦੀ। ਉਹ ਕਹਿਣ ਲੱਗੇ ਵੀ ਇੱਦਾਂ ਹੋ ਸਕਦਾ? ਕਹਿੰਦੇ ਹਾਂ, ਤੜਕੇ ਅੰਮ੍ਰਿਤ ਵੇਲੇ ਸਿਮਰਨ 'ਚ ਬੈਠਾਂਗੇ ਆਪਾਂ। ਜਦੋਂ ਅਸੀਂ ਸਿਮਰਨ 'ਚ ਬੈਠ ਕਰਕੇ ਉਸ ਕੀਰਤਨ ਨੂੰ ਸੁਣਾਂਗੇ, ਤੁਸੀਂ ਕੋਲੇ ਬਹਿ ਜਾਓ ਕਾਪੀ ਅਤੇ ਪੈਨ ਲੈ ਕੇ। ਮੈਂ ਦੱਸੂਗਾ ਨਹੀਂ ਵੀ ਆਹ ਲਿਖ ਲਓ। ਮੈਂ ਉਸ ਕੀਰਤਨ ਨੂੰ ਸੁਣ ਕੇ ਜਿਹੜਾ ਵੀ ਸ਼ਬਦ ਚੱਲਦਾ ਹੋਇਆ ਉਹਨੂੰ ਨਾਲ ਗਾਊਂਗਾ। ਤੁਸੀਂ ਇੱਕ ਦੋ ਪੰਕਤੀਆਂ ਜੋ ਵੀ ਤੁਹਾਡੇ ਸਮਝ ਆਉਣ ਲਿਖ ਲਿਓ ਨਾਲ ਦੀ ਨਾਲ। ਕੋਈ ਸਤਿਨਾਮ। ਕਹਿੰਦੇ ਉਸ ਵੇਲੇ ਫਿਰ ਤਜਰਬਾ ਕਰਾਇਆ ਉਸ ਵੀਰ ਅੰਗਰੇਜ਼ ਨੇ। ਕਹਿੰਦੇ ਜਿਸ ਵੇਲੇ ਉਹ ਅੰਮ੍ਰਿਤ ਵੇਲੇ, ਜਿਸ ਵੇਲੇ ਕੀਰਤਨ ਸਾਹਿਬ ਦਰਬਾਰ ਸਾਹਿਬ ਕੀਰਤਨ ਚੱਲਦਾ ਹੈ, ਜਿਸ ਵੇਲੇ ਇੱਕ ਸ਼ਬਦ ਦਾ ਕੀਰਤਨ ਚੱਲ ਰਿਹਾ, ਆਸਾ ਦੀ ਵਾਰ ਵਿੱਚ ਕੋਈ ਨਾ ਕੋਈ ਨਾਲ ਮਿਲਦੇ ਸ਼ਬਦਾਂ ਦਾ ਕੀਰਤਨ ਚੱਲਦਾ ਹੈ। ਜਦੋਂ ਇਸ ਦਾ ਕਹਿੰਦੇ ਧਿਆਨ ਜੁੜਿਆ ਅੰਗਰੇਜ਼ ਦਾ, ਅਤੇ ਉਸ ਦਾ ਧਿਆਨ ਹਰਿਮੰਦਰ ਸਾਹਿਬ ਗੁਰੂ ਸਾਹਿਬ ਦੇ ਚਰਨਾਂ 'ਚ ਗਿਆ, ਅਤੇ ਉਸ ਨੂੰ ਉੱਥੋਂ ਦੀ ਕੀਰਤਨ ਦੀ ਆਵਾਜ਼ ਸੁਣਨੀ ਸ਼ੁਰੂ ਹੋਈ। ਅਤੇ ਉਸੇ ਤਰ੍ਹਾਂ ਉਹ ਝੂਮਦਾ ਹੋਇਆ ਸ਼ਬਦ ਨੂੰ ਗਾਉਣ ਲੱਗਿਆ, ਅਤੇ ਕੋਲੇ ਬੈਠਿਆਂ ਨੇ ਕਾਪੀ 'ਤੇ ਉਹ ਸ਼ਬਦ ਲਿਖ ਲਿਆ। ਅਤੇ ਜਿਸ ਵੇਲੇ ਗੁਰੂ ਪਿਆਰਿਓ ਸਮਾਂ ਵੀ ਲਿਖ ਲਿਆ ਕਿਹੜੇ ਸਮੇਂ ਇਹ ਸ਼ਬਦ ਗਾਇਆ ਗਿਆ, ਅਤੇ ਜਿਸ ਵੇਲੇ ਸਿਮਰਨ 'ਚੋਂ ਉੱਠੇ ਅਤੇ ਕਹਿੰਦੇ ਇਹਨਾਂ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਫੋਨ ਲਾਇਆ, ਅਤੇ ਫੋਨ ਲਾ ਕੇ ਜਿਸ ਦਾ ਵੀ ਉਹਨਾਂ ਕੋਲ ਨੰਬਰ ਸੀਗਾ, ਜਾਂ ਅੰਗਰੇਜ਼ ਕੋਲੇ ਸੀ ਜਾਂ ਉਹਨਾਂ ਕੋਲੇ ਸੀ, ਪੁੱਛਿਆ ਵੀ ਆਹ ਸ਼ਬਦ ਕਦੋਂ ਕੁ ਗਾਇਆ ਗਿਆ, ਅਤੇ ਦੱਸਿਆ ਵੀ ਇੰਨੇ ਵਜੇ ਲਾਗੀਆਂ ਨੇ ਸ਼ਬਦ ਗਾਇਆ। ਕੋਈ ਸਤਿਨਾਮ ਸ੍ਰੀ। ਤੋ ਕਹਿਣ ਤੋਂ ਭਾਵ ਹੈ
श्री ਅੰਮ੍ਰਿਤਸਰ ਸਾਹਿਬ ਵੀ ਜਾਣਾ ਹੈ, ਪਰ ਇੱਥੇ ਵੀ ਤਾਂ ਅੰਮ੍ਰਿਤਸਰ ਹੀ ਹੈ ਨਾ। ਭਾਵ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੈ, ਮੈਂ ਉਸ ਦੀ ਵਡਿਆਈ ਨਹੀਂ ਘਟਾ ਰਿਹਾ, ਉਹਦੇ ਵਰਗਾ ਕਿਤੇ ਵੀ ਨਹੀਂ, ਪਰ ਜਿੱਥੇ ਦਰਬਾਰ ਸਾਹਿਬ ਪ੍ਰਕਾਸ਼ ਹੈ, ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਇਸ਼ਨਾਨ ਕਰਦੇ ਧਿਆਨ ਸਤਿਗੁਰੂ ਰਾਮਦਾਸ ਜੀ ਦਾ ਰੱਖੋ, ਅੰਮ੍ਰਿਤਸਰ ਹੀ ਇਸ਼ਨਾਨ ਕਰ ਰਹੇ ਹੋ, ਇਹ ਮੰਨ ਕੇ ਚੱਲੋ, ਇਹ ਭਾਵਨਾ ਬਣਾ ਲਓ ਗੁਰੂ ਚਰਨਾਂ ਵੀ ਜਾਣ ਦੀ। ਅੰਮ੍ਰਿਤਸਰ ਯਾਤਰਾ, ਹੁਣ ਯਾਤਰਾ ਕਿਵੇਂ ਕਰਨੀ ਆ? ਸ੍ਰੀ ਅੰਮ੍ਰਿਤਸਰ ਮੱਜਨ ਕਰੀਏ, ਕਦੇ ਕਦੇ ਅੰਮ੍ਰਿਤਸਰ ਵੀ ਜਾਇਆ ਕਰੋ। ਭਾਈ ਸਾਹਿਬ ਜੀ ਇਹ ਵੀ ਪ੍ਰੇਰਣਾ ਦੇ, ਕਿਉਂਕਿ ਅਸੀਂ ਗੁਰਧਾਮਾਂ ਦੀ ਯਾਤਰਾ ਵੀ ਕਰਨੀ ਆ। ਸਮਾਂ ਮਿਲੇ ਗੱਡੀਆਂ ਜਾਂਦੀਆਂ, ਬੱਸਾਂ ਜਾਂਦੀਆਂ। ਅੱਜ ਤਾਂ ਬੜੀ ਕਿਰਪਾ ਪਰਮੇਸ਼ਰ ਦੀ, ਇਹ ਸਾਰਾ ਇੰਤਜ਼ਾਮ ਕੀਤਾ ਹੋਇਆ। ਭਾਵੇਂ ਅਸੀਂ 4 ਵਜੇ ਤੜਕੇ ਬੱਸ 'ਤੇ ਬੈਠੀਏ ਅਤੇ 10 ਵਜੇ ਨੂੰ ਦਰਸ਼ਨ ਕਰਕੇ ਦੁਬਾਰੇ ਘਰੇ ਆ ਸਕਦੇ ਹਾਂ। ਕੋਈ ਸਤਨਾਮ। 8 ਵਜੇ ਨੂੰ ਉੱਥੇ 4 ਵਜੇ ਚੱਲੇ, 4 ਘੰਟਿਆਂ 'ਚ ਬੰਦਾ ਉੱਥੇ ਪਹੁੰਚ ਜਾਂਦਾ ਹੈ ਅਤੇ ਸ਼ਾਮਾਂ ਨੂੰ ਦੁਬਾਰਾ ਫਿਰ ਵਾਪਸ ਆ ਸਕਦਾ। ਕੋਈ ਸਤਨਾਮ। ਇਸ ਕਰਕੇ ਖੈਰ ਗੁਰੂ ਦੀ ਕਿਰਪਾ ਹੀ, ਇਹ ਵੀ ਸਾਰੀ ਗੁਰੂ ਦੀ ਕਿਰਪਾ ਹੀ ਆ। ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਸੇ ਵੇਲੇ ਇੱਕ ਵਚਨ ਕੀਤਾ ਸੀ ਨਿਹੰਗ ਸਿੰਘਾਂ ਨੂੰ, ਕਹਿੰਦੇ ਲਓ ਵੀ ਸਿੰਘੋ, ਸਾਡਾ ਇੱਕ ਲੋਹੇ ਦਾ ਘੋੜਾ ਹੋਵੇਗਾ ਜਿਹਦੇ ਉੱਤੇ ਮੇਰੀਆਂ ਨਿਹੰਗ ਸਿੰਘ ਫੌਜਾਂ ਫਰੀ ਜਾਇਆ ਕਰਨਗੀਆਂ। ਵੀ ਲੋਹੇ ਦਾ ਘੋੜਾ ਕਿਹੜਾ ਹੋਊਗਾ ਜਿਹਦੇ ਉੱਤੇ ਨਿਹੰਗ ਸਿੰਘ ਫੌਜਾਂ ਫਰੀ ਜਾਇਆ ਕਰਨਗੀਆਂ? ਹੁਣ 6ਵੇਂ ਪਾਤਸ਼ਾਹ ਦਾ ਵਚਨ ਕੀਤਾ, ਉਦੋਂ ਕੋਈ ਗੱਡੀ ਨੇੜੇ ਤੇੜੇ ਨਹੀਂ, ਰੇਲ ਗੱਡੀ ਕੋਈ ਬਣੀ ਨਹੀਂ, ਕੋਈ ਦਾ ਇੰਤਜ਼ਾਮ ਨਹੀਂ, ਕੋਈ ਪਤਾ ਨਹੀਂ, ਪਰ 6ਵੇਂ ਪਾਤਸ਼ਾਹ ਨੇ ਅਗਾਊਂ ਇਹ ਭਵਿੱਖਬਾਣੀ ਕੀਤੀ। ਉਸ ਤੋਂ ਬਾਅਦ ਅੰਗਰੇਜ਼ ਇੱਥੇ ਆਏ, ਉਹਨਾਂ ਨੇ ਇੱਥੇ ਲਾਈਨਾਂ ਪਾਈਆਂ, ਰੇਲ ਗੱਡੀ ਚਲਾਤੀ। 47 ਵੇਲੇ ਜੰਗ ਹੋਇਆ। ਜਦ ਜੰਗ ਹੋਇਆ ਤੇ ਜਿਹੜੇ ਪਾਕਿਸਤਾਨ 'ਚੋਂ ਸਰਕਾਰੀ ਕਿਤਾਬਾਂ, ਸਰਕਾਰੀ ਕਾਗਜ਼, ਸਰਕਾਰੀ ਖਜ਼ਾਨਾ ਇੱਧਰ ਲਿਆਉਣਾ ਸੀਗਾ, ਉਹ ਰੇਲ ਗੱਡੀ 'ਤੇ ਲੱਦਣਾ ਸੀਗਾ। ਰੇਲ ਗੱਡੀ ਉਦੋਂ ਚੱਲ ਪਈ ਸੀ 47 ਵੇਲੇ, ਉਹਦੇ ਲੱਦਣਾ ਸੀ। ਤੇ ਪਰ ਰਸਤੇ ਵਿੱਚ ਕੁਝ ਲੁਟੇਰੇ ਲੋਕ ਆ ਗਏ। ਉਸ ਵੇਲੇ ਨਿਹੰਗ ਸਿੰਘਾਂ ਨੇ ਉਹ ਸਾਰਾ ਸਰਕਾਰੀ ਸਮਾਨ ਦੀ ਜਿਹੜੀ ਹੈ ਸੰਭਾਲ ਕੀਤੀ, ਰੱਖਿਆ ਕੀਤੀ। ਔਰ ਗੱਡੀ ਦੇ ਵਿੱਚ ਸਿੰਘ ਸੀਗੇ ਨਿਹੰਗ ਸਿੰਘ, ਉਹਨਾਂ ਨੇ ਵਿੱਚ ਰਹਿ ਕੇ ਉਹ ਸਾਰਾ ਜਿਹੜਾ ਸਰਕਾਰੀ ਮਾਲ ਸਵਾਬ ਸਾਰਾ ਸੀਗਾ, ਕੋਈ ਉਹਨਾਂ ਦੀਆਂ ਕਿਤਾਬਾਂ, ਹੋਰ ਵਸਤੂਆਂ, ਖਜ਼ਾਨਾ, ਸਾਰਾ ਉਸ ਰੇਲ ਗੱਡੀ ਦੀ ਰਕਸ਼ਾ ਕਰਕੇ ਉਹਨੂੰ ਭਾਰਤ 'ਚ ਪਹੁੰਚਾਇਆ। ਜਦੋਂ ਹੱਦਬੰਦੀ ਹੋਈ, ਜਦੋਂ 47 ਦੀ ਜੰਗ ਹੋਈ, ਉਸ ਵੇਲੇ ਮੌਕੇ 'ਤੇ ਜਿਹੜਾ ਮੰਤਰੀ ਸੀ, ਪ੍ਰਧਾਨ ਮੰਤਰੀ, ਉਸ ਨੇ ਹੁਕਮ ਕਰਤਾ ਵੀ ਨਿਹੰਗ ਸਿੰਘ ਫੌਜਾਂ ਜਿਹੜੀਆਂ, ਇਹਨਾਂ ਦਾ ਰੇਲ ਗੱਡੀ 'ਤੇ ਕੋਈ ਕਿਰਾਇਆ ਨਹੀਂ ਲੱਗੂਗਾ। ਹੁਣ ਕਹੋ ਸਤਨਾਮ। 6ਵੇਂ ਪਾਤਸ਼ਾਹ ਦਾ ਕੀਤਾ ਵਚਨ 47 ਵੇਲੇ ਪੂਰਾ ਹੋ ਗਿਆ। ਇਸੇ ਕਰਕੇ ਨਿਹੰਗ ਸਿੰਘ ਫੌਜਾਂ ਕਹਿੰਦੀਆਂ ਇਹ ਸਾਡਾ, ਉਹ ਗੱਡੀ ਨੂੰ ਭੂਤਨੀ ਕਹਿੰਦੀ ਹੈ ਅਤੇ ਇੰਜਣ ਨੂੰ ਕੁਝ ਹੋਰ ਕਹਿੰਦੇ ਆ ਨਿਹੰਗ ਸਿੰਘ। ਅਤੇ ਜਦੋਂ ਕੋਈ ਟੀਟੀ ਆ ਕੇ ਕਹਿੰਦਾ ਨਾ ਬਈ ਤੁਸੀਂ ਟਿਕਟ ਦਿਖਾਓ, ਕਹਿੰਦੇ ਵੇਖੋ ਇਹ ਤੇਜਾ ਸਿੰਘ ਸਾਡਾ ਹੈ, ਤੂੰ ਆਪਦੀ ਭੂਤਨੀ ਲੈ ਜਾਣੀ ਹੈ। ਤਾਂ ਕਹੋ ਸਤਨਾਮ। ਇੰਜਨ ਨੂੰ ਤੇਜਾ ਸਿੰਘ ਕਹਿੰਦੇ ਆ ਨਿਹੰਗ ਸਿੰਘ। ਇਸ ਕਰਕੇ 6ਵੇਂ ਪਾਤਸ਼ਾਹ ਨੇ ਬਚਨ ਕੀਤੇ, 47 ਵੇਲੇ ਪੂਰੇ ਹੋਏ ਜੋ ਅੱਜ ਚੱਲ ਰਹੇ ਹੈ। ਤੋ ਜਿਹੜੇ ਬਚਨ ਪਹਿਲਾਂ ਕਰੇ ਅੰਮ੍ਰਿਤਸਰ ਜਾਣ ਦੇ, ਅਤੇ ਅੱਜ ਜਾਓ, ਖੁੱਲ੍ਹੀ ਛੁੱਟੀ ਆ, ਭਾਵੇਂ ਰੋਜ਼ ਜਾ ਕੇ ਆਇਆ ਕਰੋ। ਕਹੋ ਸਤਨਾਮ। ਭਾਵੇਂ ਸਰੀਰ ਕਰਕੇ ਜਾ ਕੇ ਆਓ, ਅਤੇ ਜੇ ਪਾਵਰ ਹੈ ਸਿਮਰਨ ਦੀ ਤਾਂ ਫਿਰ ਤੁਸੀਂ ਧਿਆਨ ਦੇ ਨਾਲ ਵੀ ਜਾ ਸਕਦੇ ਹੋ। ਅਤੇ ਚੌਥੇ ਪਾਤਸ਼ਾਹ ਨੇ ਇਹ ਬਚਨ ਬਾਣੀ ਵਿੱਚ ਲਿਖ ਦਿੱਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਦਿਨ ਚੜ੍ਹ ਗਿਆ, ਪਰਿਵਾਰ ਉੱਠ ਖੜਿਆ, ਆਂਢੀ ਗੁਆਂਢੀ ਰੌਲਾ ਪੈਣ ਲੱਗ ਪਿਆ। ਹੁਣ ਸਿੱਖਾ ਤੂੰ ਵੀ ਉੱਚੀ ਬੋਲ ਪਾ, ਚੜ੍ਹੇ ਦਿਵਸ ਗੁਰਬਾਣੀ ਗਾਵੇ। ਸਿਮਰਨ ਉਦੋਂ ਕਰਨਾ ਜਦੋਂ ਕੋਈ ਨਾ ਉੱਠਿਆ ਹੋਵੇ, ਅਤੇ ਦਿਨ ਚੜ੍ਹ ਗਿਆ ਫਿਰ ਨਿਤਨੇਮ ਕਰ ਲਾ ਨਹਾ ਧੋ ਕੇ। ਕਹੋ ਸਤਨਾਮ। ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਅਤੇ ਜਿਹੜਾ ਸਿੱਖ ਇਹ ਕੰਮ ਕਰਦਾ ਹੈ, ਆਪ ਜਪੇ ਆਵਰੈ ਨਾਮ ਜਪਾਵੇ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਸਿੱਖ ਮੈਨੂੰ ਬਹੁਤ ਚੰਗਾ ਲੱਗਦਾ ਜਿਹੜਾ ਆਪ ਜਪਦਾ, ਹੋਰਾਂ ਨੂੰ ਵੀ ਜਪਾਉਣਾ ਕਰਦਾ। ਖੈਰ ਤੀਰਥਾਂ ਦੀ ਯਾਤਰਾ, ਭਾਵ ਸਾਡੇ ਜਿਹੜੇ ਧਾਮ ਹਨ, ਮੁਕਤਸਰ ਸਾਹਿਬ, ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ, ਹਜ਼ੂਰ ਸਾਹਿਬ, ਸੱਚਖੰਡ, ਸ਼੍ਰੀ ਪਟਨਾ ਸਾਹਿਬ, ਮੈਂ ਗਿਣਤੀ ਨਹੀਂ ਕਾਹਨੀ ਕਰਨੀ ਹੈ, ਸਾਰੇ ਪਤਾ ਹੀ ਆ। ਸਮਾਂ ਕੱਢ ਕੇ ਸਾਨੂੰ ਉੱਥੇ ਵੀ ਜਾਣਾ ਚਾਹੀਏ ਜੀ। ਤਾਂ ਭਾਈ ਸਾਹਿਬ, ਭਾਈ ਦਇਆ ਸਿੰਘ ਜੀ ਕਹਿੰਦੇ ਹਰਿਮੰਦਰ ਜਾ ਕੇ ਬੈਠਿਆ ਕਰੋ, ਦਰਸ਼ਨ ਕਰਿਆ ਕਰੋ,
ਉੱਥੇ ਗੁਰੂ ਦੀ ਗਿਰਾ ਉਚਾਰੀ ਜਾਂਦੀ ਹੈ, ਭਾਵ ਕੀਰਤਨ ਹੁੰਦਾ ਹੈ। ਉੱਥੇ ਸਿਮਰਨ ਕੀਰਤਨ ਤੋਂ ਬਗੈਰ ਕੋਈ ਦੂਜੀ ਗੱਲ ਨਹੀਂ ਹੁੰਦੀ, ਗੁਰੂ ਗਿਰਾ ਹੀ ਹੁੰਦੀ ਹੈ। ਜਦ ਲੋੜ ਪਈ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ, ਤਾਂ ਲੋੜ ਪਈ ਹੁਣ ਇੱਥੇ ਅਕਾਲ ਤਖਤ ਦੀ, ਤਾਂ ਛੇਵੇਂ ਪਾਤਸ਼ਾਹ ਨੇ ਉਹਦੇ ਵਿੱਚ ਨਹੀਂ ਰਚਨਾ ਕੀਤੀ। ਉੱਥੇ ਕੇਵਲ ਸਿਮਰਨ ਭਜਨ ਬੰਦਗੀ ਚੱਲਣੀ ਹੈ, ਤੇ ਅਕਾਲ ਤਖਤ ਦੀ ਰਚਨਾ ਉਹਦੇ ਸਾਹਮਣੇ ਕੀਤੀ, ਜਿੱਥੇ ਸਾਰੇ ਫੈਸਲੇ ਕਰਨੇ ਹੈ, ਜਿੱਥੇ ਸਿੱਖੀ ਨੂੰ ਉੱਚੀ ਲਿਜਾਣ ਵਾਸਤੇ ਸਾਰੀ ਕਾਰਵਾਈ ਕਰਨੀ ਹੈ। ਇਸ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਿਆ ਕਰੋ। ਉੱਥੇ ਗੁਰੂ ਦੀ ਗਿਰਾ ਗੁਰਬਾਣੀ ਉਚਾਰਨ ਕੀਤੀ ਜਾਂਦੀ ਹੈ। ਦਬਾ ਕੇ ਬੈਠੈ ਮਾਹੇ, ਗੁਰ ਬਿਨ ਮਨ ਨ ਡੁਲਾਵੈ ਕਾਹੇ। ਔਰ ਜਦੋਂ ਤੁਸੀਂ ਸੰਗਤ ਵਿੱਚ ਜਾ ਕੇ ਬੈਠੋ ਨਾ, ਤੁਹਾਡਾ ਧਿਆਨ ਕੇਵਲ ਗੁਰੂ ਨਾਲ ਜੁੜਿਆ ਹੋਣਾ ਚਾਹੀਦਾ। ਕਿਸੇ ਨੂੰ ਨਹੀਂ ਵੇਖਣਾ ਇੱਥੇ ਕੌਣ ਆਇਆ ਕੌਣ ਗਿਆ, ਤੁਹਾਨੂੰ ਪਤਾ ਨਾ ਲੱਗੇ ਇਸ ਗੱਲ ਦਾ। ਇਹ ਕਾਜੀ ਆਪਦੀ ਨਮਾਜ਼ ਕਰੀ ਜਾਂਦਾ ਸੀਗਾ, ਤੇ ਗੁਰੂ ਪਿਆਰਿਓ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਿਹੜੇ ਆਸ਼ਕ ਹੋਏ ਸੋਠ ਬੀਜਾ ਗਾਵੀਏ ਚੌਚੱਕੀ ਜਾਤੀ। ਤੇ ਇੱਕ ਬੀਬੀ ਜਿਹੜੀ ਆਪਣੇ ਪਿਆਰੇ ਨੂੰ ਮਿਲਣ ਜਾ ਰਹੀ ਹੈ, ਉਹ ਉਹਦੀ ਮਸਤੀ ਦੇ ਵਿੱਚ ਹੈ, ਉਹਨੂੰ ਇਹ ਨਹੀਂ ਪਤਾ ਕਿ ਰਸਤੇ ਵਿੱਚ ਕੋਈ ਚਾਦਰ ਵਿਛਾ ਕੇ ਨਮਾਜ਼ ਕਰ ਰਿਹਾ, ਕੋਈ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਉਸੇ ਆਪਣੀ ਮਸਤੀ ਦੇ ਵਿੱਚ ਉਹਦਾ ਧਿਆਨ ਉਹਦੇ ਵਿੱਚ ਹੀ ਆ, ਤੇ ਤੁਰੀ ਜਾ ਰਹੀ ਆ, ਤੇ ਉਹਦੀ ਚਾਦਰ ਤੇ ਕਿਤੇ ਪੈਰ ਟੇਕ ਗਿਆ, ਕੋਈ ਸਤਨਾਮ। ਉਹ ਕਹਿੰਦਾ ਅੰਨੀ ਹੋਈ ਆ, ਤੈਨੂੰ ਦਿਸਦਾ ਨਹੀਂਗਾ। ਉਹ ਖੜ ਗਈ, ਵੀ ਕੀ ਹੋ ਗਿਆ, ਕੀ ਹੋ ਗਿਆ ਬਾਬਾ, ਤੂੰ ਮੇਰੀ ਚਾਦਰ ਤੇ ਪੈਰ ਧਰਤਾ, ਮੇਰੀ ਨਮਾਜ਼ ਕਜਾ ਕਰਤੀ, ਭਾਵ ਮੇਰੀ ਨਮਾਜ਼ ਖਰਾਬ ਕਰਤੀ। ਅੱਛਾ ਅੱਛਾ, ਕਿਹਦੀ ਨਮਾਜ਼ ਕਰਦਾ ਇਸ ਤੋਂ? ਮੈਂ ਅੱਲਾਹ ਪਾਕ ਦੀ। ਉਹ ਕਹਿਣ ਲੱਗੀ ਤੂੰ ਅੱਲਾਹ ਪਾਕ ਦੀ ਨਮਾਜ਼ ਕਰਦਾ, ਤੈਨੂੰ ਮੈਂ ਦਿਸ ਗਈ, ਮੈਂ ਇੱਕ ਸੰਸਾਰੀ ਪਿਆਰ ਕਰਦੀ ਹਾਂ, ਮੈਨੂੰ ਕੇਵਲ ਉਹ ਦੁਸ ਰਿਹਾ ਹੈ, ਤੇ ਮੈਂ ਇੱਧਰ ਝਾਕੀ ਨਹੀਂ, ਤੇ ਤੈਨੂੰ ਮੈਂ ਕਿਉਂ ਦਿਸੀ? ਭਾਵ ਗੁਰੂ ਘਰ ਵਿੱਚ ਬੈਠ ਕੇ ਤੁਹਾਡਾ ਧਿਆਨ ਕੇਵਲ ਤੇ ਕੇਵਲ ਗੁਰੂ ਨਾਲ ਹੋਣਾ ਚਾਹੀਦਾ। ਕੋਈ ਸਤਨਾਮ। ਸਤਸੰਗ ਵਿੱਚ ਬੈਠ ਕੇ ਕੇਵਲ ਤੇ ਕੇਵਲ ਗੁਰੂ ਨਾਲ ਜੁੜਨਾ ਹੈ। ਸਹਿਤ ਹੀ ਅਦਬ ਕੇ ਬੈਠੇ ਮਾਹੇ, ਸਤਿਕਾਰ ਨਾਲ ਦਰਬਾਰ ਸਾਹਿਬ 'ਚ ਬੈਠੋ, ਚਾਹੇ ਇੱਥੇ ਬੈਠੋ ਬਠਿੰਡੇ 'ਤੇ, ਚਾਹੇ ਬੈਠੋ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਕਿਤੇ ਹੀ ਬੈਠੋ, ਸਿਮਰਨ ਦੇ ਵਿੱਚ ਬੈਠੋ, ਸਤਿਕਾਰ ਨਾਲ ਬੈਠੋ। ਗੁਰ ਬਿਨ ਮਨ ਨਾ ਡੁਲਾਵੇ ਕਾਹੇ, ਗੁਰੂ ਤੋਂ ਬਗੈਰ ਮਨ ਨਹੀਂ ਡਲਾਉਣਾ ਚਾਹੀਏ ਜੀ। ਸਤਿਗੁਰ ਜੋਤਾ ਜਾਗਤੀ ਜਹਾ, ਨੇਤਾ ਪ੍ਰਤ ਸਾਸਰ ਦਰਸਹੁ ਤਾਹਾ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕਦੇ ਕਦੇ ਜਾਇਆ ਜਾਣਾ ਹੈ, ਇਸ ਕਰਕੇ ਭਾਈ ਦਇਆ ਸਿੰਘ ਨੇ ਸੋਚਿਆ ਵੀ ਕਿਤੇ ਭੁਲੇਖਾ ਹੀ ਨਾ ਖਾ ਜਾਣਾ। ਇਸ ਕਰਕੇ ਜਿੱਥੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਰੋਜ਼ ਮੱਥਾ ਟੇਕਿਆ ਕਰੋ ਜਾ ਕੇ, ਜਿਵੇਂ ਆਪਾਂ ਰੋਜ਼ ਆਉਣੇ ਆ। ਸਿੱਖਾ ਨਿਤਨੇ ਬਣਾ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਹਿਕ ਨ ਆਨੈ। ਹੋਰ ਦੂਜਾ ਧਿਆਨ 'ਚ ਨਾ ਆਵੇ, ਇੱਕ ਦੇ ਨਾਲ ਧਿਆਨ ਜੋੜ ਕੇ ਜਿੱਥੇ ਗੁਰੂ ਪ੍ਰਕਾਸ਼ ਹੈ ਉੱਥੇ ਜਾਇਆ ਕਰੋ ਜੀ। ਕਿਦਹ ਪਰਬ ਕੇ ਦਿਨ ਚਲ ਜਾਵਹ, ਕਿਦਹ ਕਸ਼ਟ ਮੈਂ ਮਾਸ ਸਧਾਵਹ। ਹਾਂ, ਜੇ ਦੂਰ ਜਾਣਾ ਤਾਂ ਭਾਈ ਉੱਥੇ ਪੁਰਬਾਂ ਦੇ ਦਿਨਾਂ ਤੇ ਜਾ ਵੜਿਆ ਕਰੋ, 6 ਮਹੀਨਿਆਂ ਬਾਅਦ ਜਾ ਵੜਿਆ ਕਰੋ। ਜਿਵੇਂ ਗੁਰੂ ਸਾਹਿਬਾਂ ਦੇ ਸਮੇਂ ਦੂਰ ਵਾਲੀ ਸੰਗਤ ਜਿਨ੍ਹਾਂ ਨੇ ਸਿਸਟਮ ਬਣਾਇਆ ਸੀਗਾ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਲਿਖਿਆ ਕਿਸੇ ਨੇ। ਤਾਂ ਉਹਨਾਂ ਸਮਿਆਂ ਵਿੱਚ ਜਿਹੜੇ ਜ਼ਿਮੀਂਦਾਰ ਸਨ, ਖੇਤੀਬਾੜੀ ਵਾਲੇ ਸਨ, ਜਾਂ ਹੋਰ ਕੰਮ ਕਰਨ ਵਾਲੇ ਸਨ, ਉਹ ਆਪਣਾ 6 ਮਹੀਨਿਆਂ ਦੀ ਫਸਲ ਜਿਹੜੀ ਤਿਆਰ ਹੋਈ ਉਹ ਸਾਂਭ ਦਿੱਤੀ, 2 ਮਹੀਨੇ ਧਰਤੀ ਖਾਲੀ ਰਹਿੰਦੀ ਸੀ। ਉਹਨਾਂ 2 ਮਹੀਨਿਆਂ ਵਿੱਚ ਤੀਰਥ ਯਾਤਰਾ, ਗੁਰਧਾਮਾਂ ਦੀ ਯਾਤਰਾ ਸੰਗਤ ਕਰਿਆ ਕਰਦੀ ਸੀਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ 6 ਮਹੀਨਿਆਂ ਬਾਅਦ ਗੁਰਪੁਰਬਾਂ ਦੇ ਸਮੇਂ ਤੇ ਜ਼ਰੂਰ ਜਾਇਆ ਕਰੋ। ਕਦੋਰ ਹੈ ਸੰਮਤ ਮਾਹੇ, ਸਤਿਗੁਰ ਘਰ ਕਾ ਦਰਸਹਿ ਜਾਏ। ਜੇ ਬਹੁਤ ਹੀ ਦੂਰ ਹੋਵੇ ਤਾਂ ਭਾਈ ਸਾਲ ਬਾਅਦ ਇੱਕ ਵਾਰੀ ਸਾਰੇ ਇਹਨਾਂ ਤਖਤਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ। ਧਾਰਮਿਕ ਸਥਾਨਾਂ ਦੇ ਜਿੱਥੇ ਜਿੱਥੇ ਮੇਰੇ ਪ੍ਰੀਤਮ ਦੇ ਚਰਨ ਪਏ ਹਨ, ਸਮਾਂ ਕੱਢ ਕੇ ਸ਼ੁਰੂ ਕਰੋ। ਮਨ ਤੇ ਗੁਰ ਸਿੱਖ ਹੋਏ ਕਰ ਕੈ, ਗਿਆ ਨ ਦਰਸ਼ਨ ਅੰਮ੍ਰਿਤਸਰ ਕੈ। ਜਿਹੜਾ ਤਨ ਮਨ ਕਰਕੇ ਗੁਰੂ ਕਾ ਸਿੱਖ ਬਣ ਗਿਆ, ਪਰ ਅੰਮ੍ਰਿਤਸਰ ਦਰਸ਼ਨ ਕਰਨੀ ਨਹੀਂ ਗਿਆ। ਕਿਉ ਤਿਨ ਜਨਮ ਧਰਿਓ ਜਗ ਆਏ, ਨਿਸਫਲ ਭਇਓ ਗਿਆ ਪਛਤਾਏ। ਉਹ ਕਿਉਂ ਦੁਨੀਆ ਵਿੱਚ ਜੰਮਿਆ ਜਿਹੜਾ ਗੁਰੂ ਦੇ ਚਰਨਾਂ ਵਿੱਚ ਇੱਕ ਵਾਰੀ ਦਰਸ਼ਨ ਕਰਨੀ ਨਹੀਂ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਵੀ ਦੱਸਦੇ ਆ ਨਾਲ ਨਾਲ ਭਾਈ ਸਾਹਿਬ ਜੀ।
ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਿਧਾਤੇ ਤਾ ਤੂੰ ਸੋਹਿਆ ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਕਸਮਲ ਜਾਹੇ ਨਹਾਇਆ ਰਾਮਦਾਸ। ਸਰ ਉਹ ਸਰੋਵਰ ਵਿੱਚ ਜ਼ਰੂਰ ਇਸ਼ਨਾਨ ਕਰਕੇ ਆਓ। ਕੋਈ ਐਸਾ ਸਿੱਖ ਰਹਿ ਨਾ ਜਾਵੇ ਜਿਹੜਾ ਅੰਮ੍ਰਿਤਸਰ ਸਾਹਿਬ ਨਾ ਜਾਵੇ। ਗੁਰੂ ਕਿਰਪਾ ਕਰਨ। ਅਗਲੇ ਸ਼ਬਦ ਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनासा हे पूरन हे सर्वमय पंजन गुणतास हे संगी हे निरंकार हे निर्गुण सब टेका हे गोविंद हे गुण निधान जाके सदा भवेका हे अपरंपर हर हरे है बिहोवन हे संत कै सदा संग दारा आधारा हे ठाकुर हाँ दासरो निर्गुण गुण नहीं कोई नानक दीजै नाम दान राखो ही परोए आए प्रशरणागति कृपा निध दयाला एक अखर हर मन बसत बहुत निहाल एक ओंकार सतगुरु प्रसाद सच होए वाहिगुरु जी की फतेह है गन विनाशन सोए वाहिगुरु जी की फतेह है गन विनाशन सोए वाहिगुरु जी का खालसा वाहिगुरु जी की फतेह।